ਹੈਲੋ ਐਵਰੀਵਨ, ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪਟਵਾਰੀ ਦੇ ਐਗਜ਼ਾਮ ਲਈ ਪੰਜਾਬ ਪਟਵਾਰੀ ਦੇ ਐਗਜ਼ਾਮ ਲਈ ਆਪਾਂ ਅਕਾਊਂਟਿੰਗ ਦੀ ਸ਼ੁਰੂਆਤ ਕਰਨ ਲੱਗੇ ਹਾਂ। ਉਹਦੀ ਇੰਟਰੋਡਕਸ਼ਨ ਦੇਖਣ ਲੱਗੇ। ਅੱਜ ਅਸੀਂ ਸਿਰਫ ਬੇਸਿਕ ਟਰਮਸ ਦੇਖਾਂਗੇ, ਓਵਰਵਿਊ ਦੇਖਾਂਗੇ ਅਸੀਂ ਕਿ ਐਕਚੁਅਲ 'ਚ ਅਕਾਊਂਟਿੰਗ ਕਿਵੇਂ ਕਿਵੇਂ ਆਪਾਂ ਕਹਿ ਸਕਦੇ ਹਾਂ, ਅਕਾਊਂਟਿੰਗ ਕਿਹਨੂੰ ਕਹਿੰਦੇ ਹਾਂ, ਆਪਾਂ ਕਿਸੇ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ। ਤਾਂ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਕਮਰਸ ਸਟੂਡੈਂਟਸ ਹੈ ਉਹਨਾਂ ਨੂੰ ਤਾਂ ਅਕਾਊਂਟਿੰਗ ਦਾ ਲੈਂਗੁਏਜ ਵੀ ਪਤਾ ਹੈ, ਉਹਨਾਂ ਨੂੰ ਮੈਥਡਸ ਪਤਾ, ਰੂਲਸ ਪਤਾ ਹੈ, ਕਿਉਂਕਿ ਉਹਨਾਂ ਦਾ ਬੈਕਗਰਾਊਂਡ ਹੈ ਕਮਰਸ ਦੀ। ਜੋ ਨੋਨ ਬੈਕਗਰਾਊਂਡ ਹੈ ਉਹਨਾਂ ਨੂੰ ਆਪਣੇ ਦੇਖਣ ਲਈ ਮਤਲਬ ਕਿ ਉਹਨਾਂ ਨੂੰ ਸਮਝਣ ਲਈ, ਉਹਨਾਂ ਨੂੰ ਅਕਾਊਂਟ ਸਮਝਣ ਲਈ ਤੁਹਾਨੂੰ ਆਲਾ ਦੁਆਲਾ ਦੇਖਣਾ ਜ਼ਰੂਰੀ ਹੈ, ਤੁਹਾਨੂੰ ਐਨਵਾਇਰਮੈਂਟ ਦੇਖਣਾ ਜ਼ਰੂਰੀ ਹੈ। ਮਤਲਬ ਕਿ ਤੁਹਾਨੂੰ ਆਪਣੀ ਰੋਜ਼ ਦੀ ਜਿਹੜੀ ਪ੍ਰੈਕਟਿਸ ਹੈ, ਤੁਹਾਡੇ ਰੋਜ਼ ਦਾ ਜਿੰਨਾ ਤੁਹਾਡਾ ਕੋਈ ਚੀਜ਼ ਤੁਸੀਂ ਖਰੀਦਦੇ ਹੋ, ਤੁਸੀਂ ਕੱਪੜੇ ਖਰੀਦਦੇ ਹੋ ਜਾਂ ਤੁਸੀਂ ਕੋਈ ਖਰਚਾ ਪੇ ਕਰਦੇ ਹੋ, ਤੁਸੀਂ ਕੋਈ ਸ਼ੋਪਿੰਗ ਕਰਦੇ ਹੋ, ਕੁਛ ਵੀ ਕਰਦੇ ਹੋ, ਭਾਵੇਂ ਤੁਸੀਂ ਆਪਣੇ ਫੈਮਿਲੀ ਦਾ ਕੋਈ ਬਿਜ਼ਨਸ ਹੋਏਗਾ ਜਿਸ 'ਚ ਤੁਸੀਂ ਅਕਾਊਂਟ ਸ਼ਾਇਦ ਤੁਸੀਂ ਨਹੀਂ ਮੇਨਟੇਨ ਕਰਦੇ ਹੋਵੋਗੇ, ਤੁਹਾਨੂੰ ਉਹਨੂੰ ਓਬਜ਼ਰਵ ਕਰਨਾ ਜ਼ਰੂਰੀ ਹੈ। ਕਿਉਂਕਿ ਜੇ ਤੁਸੀਂ ਓਬਜ਼ਰਵ ਕਰੋਗੇ ਤੁਹਾਨੂੰ ਅਕਾਊਂਟ ਨੂੰ ਸਮਝਣਾ ਕੋਈ ਔਖਾ ਨਹੀਂ ਹੈ। ਤੁਹਾਨੂੰ ਅਕਾਊਂਟ ਨੂੰ ਸਮਝਣਾ ਬਿਲਕੁਲ ਔਖਾ ਨਹੀਂ ਹੋਏਗਾ। ਤੁਹਾਨੂੰ ਉਹਦੀ ਲੈਂਗੁਏਜ ਵੀ ਸਮਝ ਆਏਗੀ, ਤੁਹਾਨੂੰ ਉਹਦੇ ਮੈਥਡ ਵੀ ਸਮਝ ਆਉਣਾ, ਤੁਹਾਨੂੰ ਆਸਾਨ ਰਹੇਗਾ। ਓਕੇ ਫਰੈਂਡਸ, ਚਲੋ ਆਓ ਦੇਖੀਏ ਅਕਾਊਂਟਿੰਗ ਕਹਿੰਦੇ ਕਿਹਨੂੰ ਹੈ। ਵਟ ਇਜ਼ ਦ ਅਕਾਊਂਟਿੰਗ? ਅਕਾਊਂਟਿੰਗ ਨੂੰ ਸਮਝਣ ਤੋਂ ਪਹਿਲਾਂ ਕੁਝ ਬੇਸਿਕ ਟਰਮ ਸਮਝਣੇ ਬਹੁਤ ਜ਼ਰੂਰੀ ਹੈ। ਬਿਨਾਂ ਬੇਸਿਕ ਟਰਮਸ ਤੋਂ ਤੁਹਾਨੂੰ ਐਕਚੁਅਲ 'ਚ ਨਹੀਂ ਪਤਾ ਲੱਗ ਸਕਦਾ ਕਿ ਅਕਾਊਂਟਿੰਗ ਕਿਹਨੂੰ ਕਹਾਂਗੇ। ਕਿਉਂਕਿ ਅਕਾਊਂਟੈਂਸੀ, ਅਕਾਊਂਟਿੰਗ ਫ਼ਰਕ ਹੈ, ਕਾਫੀ ਫ਼ਰਕ ਹੈ ਤਿੰਨਾਂ ਵਿੱਚ। ਇਸ ਨੂੰ ਇੱਕ ਹੀ ਤਰ੍ਹਾਂ ਨਹੀਂ ਕਹਿ ਸਕਦਾ ਕਿ ਆਪਾਂ ਅਕਾਊਂਟ ਕਰਦੇ ਹਾਂ ਜਾਂ ਆਪਾਂ ਅਕਾਊਂਟਿੰਗ ਕਰਦੇ ਹਾਂ, ਆਪਾਂ ਅਕਾਊਂਟੈਂਸੀ ਕਰਦੇ ਹਾਂ। ਬਹੁਤ ਫ਼ਰਕ ਹੈ ਇਹਨਾਂ ਵਿੱਚ, ਇਹਨਾਂ ਨੂੰ ਸਮਝਣਾ ਪਏਗਾ। ਅਤੇ ਇਹਨਾਂ ਨੂੰ ਸਮਝਣ ਸਭ ਤੋਂ ਪਹਿਲੇ ਆਪਾਂ ਨੂੰ ਦੇਖਣਾ ਪਏਗਾ ਬੁੱਕ ਕੀਪਿੰਗ ਆਪਾਂ ਕਿਹਨੂੰ ਕਹਾਂਗੇ? ਜੋ ਇਟ ਇਜ਼ ਦਾ ਇਨੀਸ਼ੀਅਲ ਰਿਕਾਰਡਿੰਗ ਆਫ ਆਲ ਬਿਜ਼ਨਸ ਟ੍ਰਾਂਜੈਕਸ਼ਨਸ ਇਨ ਬੁੱਕਸ ਆਫ ਅਕਾਊਂਟਸ। ਮਤਲਬ ਕਿ ਆਪਾਂ ਡੇ ਟੂ ਡੇ ਬੇਸਿਸ ਜਿੰਨੀਆਂ ਟ੍ਰਾਂਜੈਕਸ਼ਨ ਕਰ ਰਹੇ, ਟ੍ਰਾਂਜੈਕਸ਼ਨ ਮਤਲਬ ਕੋਈ ਚੀਜ਼ ਮਾਲ ਵੇਚਿਆ, ਕੋਈ ਚੀਜ਼ ਖਰੀਦੀ, ਕੋਈ ਮਾਲ ਵੇਚਿਆ ਜਾਂ ਕੁਝ ਖਰੀਦਿਆ, ਉਸ ਵਿੱਚ ਆਪਾਂ ਕੈਸ਼ ਇਨਵੋਲਵ ਸੀ ਜਾਂ ਅਸੀਂ ਉਧਾਰ 'ਤੇ ਖਰੀਦਿਆ। ਇਹ ਜਿਹੜੀ ਟ੍ਰਾਂਜੈਕਸ਼ਨ ਹੁੰਦੀ ਡੇ ਟੂ ਡੇ ਬੇਸਿਸ ਵਿੱਚ ਕਨੋਲੋਜੀਕਲ ਆਰਡਰ ਵਿੱਚ ਆਪਾਂ ਰਿਕਾਰਡ ਕਰਦੇ ਹਾਂ ਪਰਟੀਕੁਲਰ ਬੁੱਕਸ ਆਫ ਅਕਾਊਂਟਸ ਵਿੱਚ। ਰਿਕਾਰਡ ਕਰਨਾ ਹੀ ਬੁੱਕ ਕੀਪਿੰਗ ਕਹਾਇਆ ਜਾਂਦਾ ਹੈ। ਜਦ ਬੁੱਕ ਕੀਪਿੰਗ ਖਤਮ ਹੁੰਦੀ ਹੈ ਤਦ ਹੀ ਅਕਾਊਂਟਿੰਗ ਸ਼ੁਰੂ ਹੁੰਦੀ ਹੈ। ਬੁੱਕ ਕੀਪਿੰਗ ਇਜ਼ ਅ ਪ੍ਰਾਇਮਰੀ, ਸੈਕੰਡਰੀ ਇਜ਼ ਅਕਾਊਂਟ ਪ੍ਰਾਇਮਰੀ ਤੋਂ ਬਾਅਦ ਹੀ, ਮਤਲਬ ਕਿ ਬੁੱਕ ਕੀਪਿੰਗ ਤੋਂ ਬਾਅਦ ਹੀ ਅਕਾਊਂਟਿੰਗ ਸਟਾਰਟ ਹੋ ਸਕਦੀ ਹੈ। ਅੱਗੇ ਦੇਖੀਏ ਅਕਾਊਂਟਿੰਗ। ਇਟ ਇਜ਼ ਦਾ ਸਿਸਟਮੈਟਿਕ ਆਈਡੈਂਟੀਫਿਕੇਸ਼ਨ, ਰਿਕਾਰਡਿੰਗ, ਕਲਾਸੀਫਾਈਂਗ, ਸਮਰਾਈਜ਼ਿੰਗ, ਐਨਾਲਾਈਜ਼ ਆਫ ਦੀ ਆਲ ਬਿਜ਼ਨਸ ਟ੍ਰਾਂਜੈਕਸ਼ਨ ਇਨ ਬੁੱਕਸ ਆਫ ਅਕਾਊਂਟਸ। ਆਪਾਂ ਇੱਕ ਵਰਡ ਦੇਖਾਂਗੇ। ਸਿਸਟਮੈਟਿਕ ਮਤਲਬ ਇੱਕ ਆਰਟ ਹੈ, ਇੱਕ ਸਾਇੰਸ ਹੈ। ਇਸ ਨੂੰ ਕਰਨ ਦਾ ਇੱਕ ਪ੍ਰੋਸੈਸ ਹੈ। ਇਸ ਨੂੰ ਅਕਾਊਂਟਿੰਗ ਨੂੰ ਆਪਾਂ ਐਵੇਂ ਨਹੀਂ ਕਰ ਸਕਦੇ। ਉਸਦਾ ਇੱਕ ਰੂਲਸ ਹੈ, ਕੁਝ ਮੈਥਡਸ ਲੱਗਣਗੇ, ਕੁਝ ਰੈਗੂਲੇਸ਼ਨਸ ਲੱਗਣਗੇ, ਪੂਰੇ ਸਟੈਪ ਬਾਏ ਸਟੈਪ ਚੱਲਾਂਗੇ। ਉਸ ਨਾਲ ਹੀ ਅੱਗੇ ਆਪਾਂ ਆਈਡੈਂਟੀਫਾਈ ਕਰ ਪਾਵਾਂਗੇ ਕਿ ਕਿਹੜੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੈ। ਆਈਡੈਂਟੀਫਿਕੇਸ਼ਨ ਮਤਲਬ ਕਿਹੜੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੈ, ਕਿਹੜੀ ਨੋਨ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੈ। ਫਿਰ ਉਹਨੂੰ ਰਿਕਾਰਡ ਕਰਾਂਗੇ, ਮਤਲਬ ਉਹਨੂੰ ਪਰਟੀਕੁਲਰ ਰਿਕਾਰਡ ਕਰਾਂਗੇ ਨਾ। ਫਿਰ ਕਲਾਸੀਫਾਈ ਕਰਾਂਗੇ। ਕਲਾਸੀਫਾਈ ਮਤਲਬ ਕੋਈ ਟ੍ਰਾਂਜੈਕਸ਼ਨ ਕੀਤੀ ਆਪਾਂ ਨੇ, ਮਤਲਬ ਕਿ ਆਪਾਂ ਨੇ ਫਰਨੀਚਰ ਵੇਚਿਆ ਅਤੇ ਆਪਾਂ ਕੈਸ਼ ਲਿੱਤਾ। ਇਸ ਵਿੱਚ ਦੋ ਅਕਾਊਂਟ ਇਨਵੋਲਵ ਹੋ ਗਏ, ਫਰਨੀਚਰ ਐਂਡ ਕੈਸ਼। ਫਰਨੀਚਰ ਹੋ ਗਿਆ, ਕੈਸ਼ ਹੋ ਗਿਆ। ਤਾਂ ਇਹ ਜਿਹੜੀ ਕਲਾਸੀਫਾਈ ਕੀਤਾ ਕਿ ਇੱਕ ਫਰਨੀਚਰ ਅਕਾਊਂਟ ਹੋਏਗਾ, ਇੱਕ ਕੈਸ਼ ਅਕਾਊਂਟ ਹੋਏਗਾ, ਇਸ ਨੂੰ ਆਪਾਂ ਕਲਾਸੀਫਾਈ ਕਰਾਂਗੇ। ਸਮਰਾਈਜ਼ਿੰਗ ਮਤਲਬ ਜਿੰਨੇ ਵੀ ਆਪਾਂ ਨੇ ਟ੍ਰਾਂਜੈਕਸ਼ਨ ਹੋਈ ਹੈ ਉਹਨੂੰ ਇੱਕ ਸਟੇਟਮੈਂਟ ਵਿੱਚ ਸਮਰਾਈਜ਼ ਕਰ ਦੇਣਾ। ਪਰਟੀਕੁਲਰ ਵੀ ਕਹਿ ਸਕਦੇ ਹਾਂ ਅਤੇ ਓਵਰਆਲ ਵੀ ਕਹਿ ਸਕਦੇ ਹਾਂ। ਸਮਰਾਈਜ਼ ਕਰਨਾ, ਫਿਰ ਐਨਾਲਾਈਜ਼ ਕਰਨਾ। ਐਨਾਲਾਈਜ਼ ਦਾ ਮਤਲਬ ਹੋ ਗਿਆ ਕਿ ਸਾਨੂੰ ਪ੍ਰੋਫਿਟ ਹੋਇਆ, ਲੋਸ ਹੋਇਆ, ਸਾਡੇ ਐਸੈਟਸ ਵਧੇ, ਸਾਡੇ ਜਾਂ ਐਸੈਟਸ ਘਟੇ, ਐਕਸਪੈਂਸਿਸ ਵਧੇ ਜਾਂ ਘਟੇ, ਲਾਇਬਿਲਿਟੀ ਵਧੀ ਜਾਂ ਘਟੀ, ਉਹਨੂੰ ਐਨਾਲਾਈਜ਼ ਕਰਨਾ ਸਾਰੀ ਟ੍ਰਾਂਜੈਕਸ਼ਨਸ ਨੂੰ ਇਨ ਬੁੱਕਸ ਆਫ ਅਕਾਊਂਟਸ। ਉਸ ਨੂੰ ਆਪਾਂ ਅਕਾਊਂਟਿੰਗ ਕਹਾਂਗੇ। ਪਰਪਸ ਕੀ ਆ ਅਕਾਊਂਟਿੰਗ ਕਰਨ ਦਾ? ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਪ੍ਰੋਫਿਟ ਜਾਂ ਲੋਸ ਦੇਖਿਆ ਜਾ ਸਕਦਾ, ਕਿ ਮੁਨਾਫਾ ਹੋਇਆ, ਘਾਟਾ ਹੋਇਆ। ਫਾਈਨੈਂਸ਼ੀਅਲ ਪੋਜੀਸ਼ਨ ਤਾਂ ਬਹੁਤ ਜ਼ਰੂਰੀ ਹੈ ਅਕਾਊਂਟਿੰਗ ਕਰਨ। ਉਹ ਤੁਹਾਨੂੰ ਕਿਉਂਕਿ ਉਹ ਫਾਈਨੈਂਸ਼ੀਅਲ ਸਟੇਟਮੈਂਟਸ ਜਿਹੜੀ ਬੈਲੈਂਸ ਸ਼ੀਟ ਹੈ, PL ਅਕਾਊਂਟ ਹੈ, ਮਤਲਬ ਕਿ ਜੋ ਤੁਹਾਨੂੰ ਆਉਂਦੇ ਸਮਝਾਵਾਂਗਾ, ਜਿਹੜਾ ਆਉਣ ਵਾਲੇ ਲੈਕਚਰ ਤੁਹਾਨੂੰ ਸਮਝ ਆਏਗਾ। ਮਤਲਬ ਕਿ ਪੋਜੀਸ਼ਨ ਦੇਖਦੇ ਹਾਂ ਉਹ ਕਿ ਫਾਈਨੈਂਸ਼ੀਅਲ ਪੋਜੀਸ਼ਨ ਕੈਸੀ ਹੈ। ਮਤਲਬ ਕਿ ਇਹ ਤੁਹਾਡੀ ਜਿਹੜੀ ਲਾਇਬਿਲਿਟੀਜ਼ ਹੈ ਤੁਸੀਂ ਪੇ ਕਰ ਵੀ ਰਹੇ ਹੋ ਹਰ ਇੱਕ ਸਾਲ, ਤੁਹਾਡੇ ਐਸੈਟਸ ਅੱਛੇ ਮੇਨਟੇਨ ਹੋ ਰਹੇ ਹੈ, ਤੁਹਾਡਾ ਪ੍ਰੋਫਿਟ ਅੱਛਾ ਮੇਨਟੇਨ ਹੋ ਰਿਹਾ, ਤੁਹਾਡੇ ਕੋਲ ਕੈਸ਼ ਅੱਛਾ ਹੁੰਦਾ, ਮਤਲਬ ਕੋਈ ਤੁਹਾਡੀ ਲਿਕੁਇਡਿਟੀ 'ਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ। ਕੋਈ ਬਾਹਰ ਦਾ ਬੰਦਾ ਉਹਨੂੰ ਇਨਵੈਸਟਮੈਂਟ ਕਰਨ ਦੀ ਆਸਾਨੀ ਹੋ ਜਾਂਦੀ ਹੈ ਨਾ, ਤਾਂ ਉਹਦੇ ਲਈ ਵੀ ਅਕਾਊਂਟ ਮੇਨਟੇਨ ਕਰਨਾ ਜ਼ਰੂਰੀ ਹੈ। ਆਪਣੇ ਬਿਜ਼ਨਸ ਲਈ ਬਹੁਤ ਅੱਛਾ ਹੈ। ਤਾਂ ਟੂ ਮੇਨਟੇਨ, ਅਗਲਾ ਪੁਆਇੰਟ ਹੈ ਟੂ ਮੇਨਟੇਨ ਪ੍ਰੋਪਰ ਰਿਕਾਰਡ ਆਫ ਆਲ ਟ੍ਰਾਂਜੈਕਸ਼ਨ। ਇਹ ਵੀ ਇੱਕ ਤਰ੍ਹਾਂ ਦਾ ਪਰਪਸ ਹੈ। ਆਪਾਂ ਅਕਾਊਂਟਿੰਗ ਕਰਾਂਗੇ ਤਾਂ ਆਟੋਮੈਟਿਕਲੀ ਆਪਾਂ ਰਿਕਾਰਡ ਤਾਂ ਕਰਾਂਗੇ ਹੀ ਕਰਾਂਗੇ, ਕਿਉਂਕਿ ਸਾਡੀ ਬ੍ਰੇਨ ਦੀ ਮੈਮਰੀ ਇੰਨੀ ਥੋੜ੍ਹਾ ਕਿ ਸਭ ਕੁਝ ਅਸੀਂ ਯਾਦ ਰੱਖ ਲਈਏ। ਸਾਨੂੰ ਰਿਕਾਰਡ ਤਾਂ ਕਰਨਾ ਹੀ ਪਏਗਾ। ਉਸ ਤੋਂ ਅੱਗੇ ਆ ਗਿਆ ਟੂ ਡਿਟਰਮਾਈਨ ਦੀ ਟੂ ਪ੍ਰੋਫਿਟ ਫॉर ਟੈਕਸ ਪਰਪਸ। ਆਪਾਂ ਨੇ ਕਿਸੇ ਨੂੰ ਅਥਾਰਟੀ ਨੂੰ ਟੈਕਸ ਪੇ ਕਰਨਾ, ਜਿਵੇਂ ਗੌਰਮੈਂਟ ਨੂੰ ਆਪਾਂ ਨੇ ਟੈਕਸ ਪੇ ਕਰਨਾ। ਜਦੋਂ ਆਪਾਂ ਪੇ ਕਰਨਾ ਹੁੰਦਾ ਤਾਂ ਸਾਨੂੰ ਅਕਾਊਂਟ ਅੱਛੇ ਮੇਨਟੇਨ ਕਰਨੇ ਹੋਣਗੇ ਤਾਂ ਕਿ ਜਿਹੜਾ ਟਰੂ ਟੈਕਸ ਹੈ ਅਸੀਂ ਪੇ ਕਰ ਸਕੀਏ। ਅਤੇ
ਗੌਰਮੈਂਟ ਲਈ ਵੀ ਆਸਾਨੀ ਹੋਏਗੀ ਕਿ ਉਹ ਸਾਡੇ ਲਈ ਸਾਡੇ ਅਕਾਊਂਟਸ ਨੂੰ ਦੇਖ ਕੇ ਈਜ਼ੀਲੀ ਉਹ ਐਕਸਰਸਾਈਜ਼ ਕਰ ਸਕਣਗੇ। ਅਗਲਾ ਪੁਆਇੰਟ ਹੈ ਕਮਿਊਨੀਕੇਸ਼ਨ ਦ ਰਿਜ਼ਲਟ ਆਫ ਬਿਜ਼ਨਸ ਐਂਡ ਇੰਟਰਸਟ। ਮਤਲਬ ਕਿ ਇਸ ਨੂੰ ਸਮਝਣ ਲਈ ਤੁਸੀਂ ਸੋਚੋ ਕਿ ਸਪੋਜ਼ ਕਰੋ ਤੁਸੀਂ ਕਿਸੇ ਨੂੰ ਮਾਲ ਵੇਚਿਆ, ਉਹ ਕੋਈ ਪਰਸਨ ਹੈ, ਤੁਹਾਡੇ ਉਹਦੇ ਨਾਲ ਲਿੰਕ ਬਣਿਆ। ਤੁਹਾਡੇ ਉਹਦੇ ਨਾਲ ਲਿੰਕ ਕਿਵੇਂ ਬਣਿਆ? ਤੁਸੀਂ ਉਹਨੂੰ ਮਾਲ ਵੇਚਿਆ, ਤੁਸੀਂ ਉਸ ਤੋਂ ਪੈਸੇ ਲਿੱਤੇ, ਮਾਫ ਕਰਿਓ, ਤੁਸੀਂ ਉਸ ਤੋਂ ਪੈਸੇ ਲਿੱਤੇ, ਤੁਸੀਂ ਮਾਲ ਵੇਚਿਆ। ਤਾਂ ਇਹ ਜਦੋਂ ਟ੍ਰਾਂਜੈਕਸ਼ਨ ਹੋਈ ਤਾਂ ਇਸ ਵਿੱਚ ਅਕਾਊਂਟ ਬਣਿਆ, ਉਸ ਬੰਦੇ ਦਾ ਵੀ ਅਕਾਊਂਟ ਬਣਿਆ ਅਤੇ ਕੈਸ਼ ਦਾ ਵੀ ਅਕਾਊਂਟ ਬਣਿਆ। ਜੋ ਉਸ ਬੰਦੇ ਦੇ ਨਾਮ 'ਤੇ ਸੇਲ ਅਕਾਊਂਟ ਬਣਿਆ ਕਿ ਉਸੇ ਸੇਲ ਕੀਤੀ ਆਪਾਂ ਨੇ, ਅਤੇ ਇੱਕ ਕੈਸ਼ ਅਕਾਊਂਟ ਵੀ ਬਣਿਆ ਕਿ ਸੇਲ ਹੋਈ। ਤਾਂ ਇਹ ਅਕਾਊਂਟ ਇੱਕ ਬ੍ਰਿਜ ਤਰ੍ਹਾਂ ਦਾ ਕੰਮ ਕਰਦਾ ਹੈ, ਇੱਕ ਓਨਰ ਦਾ ਅਤੇ ਇੱਕ ਜਿਸ ਨੂੰ ਕਸਟਮਰ ਦਾ, ਉਹ ਬ੍ਰਿਜ ਤਰ੍ਹਾਂ ਦਾ ਕੰਮ ਕਰਦਾ ਹੈ। ਲਿੰਕ ਪਤਾ ਲੱਗਦਾ ਕਿ ਇਹ ਮੇਰਾ ਇਸ ਨੂੰ ਮੈਂ ਸੇਲ ਕਰਨਾ, ਇਹਨੂੰ ਮੈਂ ਪਰਚੇਸ, ਇਸ ਤੋਂ ਮੈਂ ਖਰੀਦਦਾ, ਇਸ ਨੂੰ ਮੈਂ ਵੇਚਦਾ, ਇਸ ਨੂੰ ਮੈਂ ਖਰਚੇ ਪੇ ਕਰਦਾ, ਇਸ ਨੂੰ ਮੈਂ ਖਰਚੇ ਪੇ ਕੀਤੇ ਆਪਣੇ ਡੇ ਟੂ ਡੇ ਬੇਸਿਸ 'ਤੇ। ਇਹ ਸਾਰਾ ਲਿੰਕਡ ਨਾਲ ਹੀ ਪਤਾ ਲੱਗਦਾ, ਅਕਾਊਂਟ ਨਾਲ ਹੀ ਪਤਾ ਲੱਗਦਾ। ਉਸ ਤੋਂ ਬਾਅਦ ਅਕਾਊਂਟੈਂਸੀ, ਹੁਣ ਤੁਹਾਨੂੰ ਮੈਂ ਦੱਸ ਹੀ ਰਿਹਾ ਸੀ। ਹੁਣ ਜਦੋਂ ਸਾਨੂੰ ਅਕਾਊਂਟਿੰਗ ਪਤਾ ਲੱਗ ਚੁੱਕੀ, ਠੀਕ ਹੈ, ਉਹਦਾ ਪਰਪਸ ਵੀ ਪਤਾ ਲੱਗ ਚੁੱਕਾ। ਹੁਣ ਅਕਾਊਂਟੈਂਸੀ ਮਤਲਬ ਕਿ ਹੁਣ ਪ੍ਰੈਕਟੀਕਲ ਵੇ ਵਿੱਚ ਹਾਊ ਟੂ ਡੂ ਅਕਾਊਂਟਿੰਗ, ਮਤਲਬ ਕਿਸ ਤਰ੍ਹਾਂ ਕਰਾਂਗੇ। ਕੁਝ ਰੂਲਸ ਹੋਣਗੇ, ਕੁਝ ਰੈਗੂਲੇਸ਼ਨਸ ਹੋਣਗੇ ਜਿਸ ਦੇ ਦੁਆਰਾ ਹੀ ਅਕਾਊਂਟਿੰਗ ਕੀਤੀ ਜਾ ਸਕਦੀ। ਇਹ ਸਾਰਾ ਕੁਝ ਕਰਨ ਲਈ, ਜਿਵੇਂ ਕਲਾਸੀਫਾਈ ਕਰਨ ਲਈ, ਐਨਾਲਾਈਜ਼ ਕਰਨ ਲਈ ਸਾਨੂੰ ਰੂਲਸ ਐਂਡ ਰੈਗੂਲੇਸ਼ਨਸ ਦਾ ਫੋਲੋ ਕਰਨਾ ਪਏਗਾ। ਉਸ ਨੂੰ ਹੀ ਆਪਾਂ ਅਕਾਊਂਟੈਂਸੀ ਕਹਾਂਗੇ। ਤਾਂ ਇਸ ਨੂੰ ਧਿਆਨ ਨਾਲ ਪੜ੍ਹਨ ਦੀ ਬਹੁਤ ਜ਼ਰੂਰਤ ਹੈ, ਕਿਉਂਕਿ MCQs 'ਚ ਇਸ ਤਰ੍ਹਾਂ ਪੁੱਛ ਲਿਆ ਜਾਂਦਾ ਹੈ ਕਿ ਜੋ ਸਪੋਜ਼ ਕਰੋ ਕਿ ਇਸ ਤਰ੍ਹਾਂ ਪੁੱਛ ਲਿਆ ਜਾਵੇ ਕਿ ਇਹ ਤੁਹਾਨੂੰ ਸਟੇਟਮੈਂਟ ਦੇ ਦਿੱਤੀ ਜਾਵੇ, ਇਟ ਇਜ਼ ਅ ਸੈਟ ਆਫ ਰੂਲਸ ਐਂਡ ਰੈਗੂਲੇਸ਼ਨਸ ਆਫ ਅਕਾਊਂਟਸ ਵਿਚ ਹੈਲਪਸ ਟੂ ਮੇਨਟੇਨ ਦੀ ਪ੍ਰੋਪਰ ਰਿਕਾਰਡ known as account। option A account, B accountancy, third accounting, fourth bookkeeping। ਤੁਸੀਂ ਕੀ ਲਿਖੋਗੇ? ਤੁਸੀਂ ਕਨਫਿਊਜ਼ ਹੋ ਜਾਓਗੇ ਜੇ ਤੁਹਾਨੂੰ ਡੈਫੀਨੇਸ਼ਨ ਨਹੀਂ ਪਤਾ ਹੋਵੇਗੀ। ਤਾਂ ਇਸੇ ਬੇਸਿਕ ਟਰਮ ਸਮਝਣੇ ਜ਼ਰੂਰੀ ਹੈ। ਹੁਣ ਫੋਰਥ ਪੁਆਇੰਟ ਹੈ ਅਕਾਊਂਟ ਕਿਹਨੂੰ ਕਹਾਂਗੇ? ਜਿਹੜੀ ਹੁਣ ਜੇ ਸਪੋਜ਼ ਕਰੋ ਫੋਰ ਐਗਜ਼ਾਮਪਲ ਕੋਈ ਮੈਂ ਕੈਸ਼ ਵਿੱਚ ਕੋਈ ਮਤਲਬ ਪੇਮੈਂਟ ਕਰ ਰਿਹਾ ਮੈਂ, ਠੀਕ ਹੈ। ਤਾਂ ਜੇ ਪੇਮੈਂਟ ਕਰ ਰਿਹਾ ਤਾਂ ਮੈਨੂੰ ਇੱਕ ਕੈਸ਼ ਅਕਾਊਂਟ ਬਣਾਉਣਾ ਪਏਗਾ ਕਿ ਜਿਸ ਵਿੱਚ ਮੈਂ ਕਿਹੜੀ ਚੀਜ਼ ਪੇਮੈਂਟ ਕਰ ਰਿਹਾ, ਕਿੱਥੋਂ ਮੈਨੂੰ ਪੈਸਾ ਰਿਸੀਵ ਹੋ ਰਿਹਾ। ਮੈंने ਕੋਈ ਸੇਲ ਕੀਤਾ ਤਾਂ ਉਸ ਤੋਂ ਮੈਨੂੰ ਕੈਸ਼ 'ਤੇ ਸੇਲ ਕੀਤਾ, ਮੈਨੂੰ ਪੈਸਾ ਰਿਸੀਵ ਵੀ ਹੋਇਆ। ਤਾਂ ਜਿਹੜੀ ਉਹ ਰਿਸੀਵ ਹੋਣਾ ਪੈਸਾ, ਰਿਸਿਪਟਸ ਆਉਣੀਆਂ, ਪੇਮੈਂਟਸ ਆਉਣੀਆਂ ਕੈਸ਼ ਬੇਸਿਸ ਦੀਆਂ, ਤਾਂ ਉਹਦੇ ਮੈਨੂੰ ਪਰਟੀਕੂਲਰ ਸਮਰੀ ਬਣ ਜਾਏਗੀ ਨਾ ਉਹਦੀ ਪੂਰੀ, ਕਿ ਮੈਨੂੰ ਟ੍ਰਾਂਜੈਕਸ਼ਨ ਤੋਂ ਪਤਾ ਲੱਗ ਜਾਏਗਾ, ਡੇ ਟੂ ਡੇ ਬੇਸਿਸ ਸਾਰੀ ਟ੍ਰਾਂਜੈਕਸ਼ਨ ਖਾਤੇ ਵਿੱਚ ਆ ਜਾਣਗੀਆਂ ਕਿ ਮੈਂ ਇਸ ਦਿਨ ਮੈਂ ਪੇਮੈਂਟ ਕੀਤੀ ਸੀ, ਇਸ ਦਿਨ ਮੈਂ ਰਿਸਿਪਟ ਹੋਈ ਸੀ, ਮੈਨੂੰ ਸੇਲ 'ਤੇ ਪੈਸਾ ਮਿਲਿਆ ਸੀ। ਤਾਂ ਅੰਤ ਵਿੱਚ ਉਹਨੂੰ ਉਹਦਾ ਬਕਾਇਆ ਪਤਾ ਲੱਗ ਜਾਏਗਾ। ਉਸ ਦੁਆਰਾ ਸਾਨੂੰ ਅਕਾਊਂਟ ਤੋਂ ਉਸ ਪਰਟੀਕੁਲਰ ਅਕਾਊਂਟ ਤੋਂ ਪਤਾ ਲੱਗਦਾ। ਮੈਂ ਇਹ ਨਹੀਂ ਕਹਿ ਰਿਹਾ ਇਕੱਲਾ ਕੈਸ਼ ਅਕਾਊਂਟ, ਕੋਈ ਵੀ ਅਕਾਊਂਟ ਹੋ ਸਕਦਾ, ਫਰਨੀਚਰ ਅਕਾਊਂਟ ਲਾ ਲਓ, ਮਸ਼ੀਨਰੀ ਅਕਾਊਂਟ ਲਾ ਲਓ, ਐਕਸਪੈਂਸਿਸ ਦਾ ਹੋ ਸਕਦਾ, ਕੋਈ ਵੀ ਹੋ ਸਕਦਾ। ਉਸ ਤੋਂ ਅੱਗੇ ਆਪਾਂ ਰਹੇ ਫੰਕਸ਼ਨਿੰਗ ਕਿਵੇਂ ਹੁੰਦੀ ਹੈ ਅਕਾਊਂਟਿੰਗ ਦੀ, ਉਹ ਸਾਨੂੰ ਬਦਲਣਾ ਕਿ ਮੇਨ ਫੰਕਸ਼ਨਸ ਕੀ ਇਹਨਾਂ ਦੇ। ਮੇਜਰਮੈਂਟ ਕਰਨਾ, ਪਾਸਟ ਪਰਫਾਰਮੈਂਸ ਦੇਖਣੀ, ਉਹਦੀ ਐਕਚੁਅਲ ਵੈਲਿਊ ਦੇਖਣੀ ਕਿ ਮੈਂ ਉਸਦੀ ਐਕਚੁਅਲ ਵੈਲਿਊ ਕਿ ਉਹਦੇ ਨਾਲ ਕਰੰਟ ਨਾਲ ਦੇਖਣਾ। ਉਹ ਸਾਨੂੰ ਕਰੰਟ ਦਾ ਨਜ਼ਰੀਆ ਪਤਾ ਲੱਗਦਾ ਕਿ ਪਾਸਟ ਵਿੱਚ ਇੰਨੀ ਵੈਲਿਊ ਬਣਦੀ ਸੀ, ਇਸ ਟਾਈਮ ਇੰਨੀ ਵੈਲਿਊ ਬਣ ਰਹੀ। ਮੇਜਰਮੈਂਟ ਕਰਨਾ, ਉਹਦੀ ਵੈਲਿਊ ਬਣਾਉਣੀ, ਮੇਜਰ ਕਰਨਾ, ਐਕਚੁਅਲ 'ਚ ਵੈਲਿਊ ਦੇਖਣੀ। ਪੋਜੀਸ਼ਨ, ਫਾਈਨੈਂਸ਼ੀਅਲ ਪੋਜੀਸ਼ਨ, ਕਰੰਟ ਫਾਈਨੈਂਸ਼ੀਅਲ ਪੋਜੀਸ਼ਨ ਕਿੰਨੀ ਹੈ, ਉਹਦੀ ਫਾਈਨੈਂਸ਼ੀਅਲ ਪੋਜੀਸ਼ਨ ਦੇਖਣੀ। ਸੈਕਿੰਡ ਪੁਆਇੰਟ ਹੈ ਫੋਰਕਾਸਟਿੰਗ ਮਤਲਬ ਹੁੰਦਾ ਅਕਾਊਂਟਿੰਗ ਹੈਲਪਸ ਇਨ ਫੋਰਕਾਸਟਿੰਗ ਫਿਊਚਰ ਪਰਫਾਰਮੈਂਸ ਐਂਡ ਫਾਈਨੈਂਸ਼ੀਅਲ ਪੋਜੀਸ਼ਨ ਆਫ ਦੀ ਐਂਟਰਪ੍ਰਾਈਜ਼ ਯੂਜ਼ਿੰਗ ਪਾਸਟ ਡਾਟਾ। ਉਹ ਆਪਾਂ ਅਕਾਊਂਟਸ ਮੇਨਟੇਨ ਕੀਤੇ ਹੋਣਗੇ, ਹਰੇਕ ਸਾਲ ਅਕਾਊਂਟਸ ਮੇਨਟੇਨ ਕਰਦੇ ਪਿਛਲੇ ਅਕਾਊਂਟਸ ਦੇ ਡਾਟੇ ਤੋਂ। ਮਤਲਬ ਜੇ ਕਰੰਟ ਦਾ ਸਾਡਾ ਅੰਤ ਆਉਣ ਵਾਲਾ, ਸਾਨੂੰ ਫਿਊਚਰ ਦਾ ਪਤਾ ਲੱਗ ਜਾਂਦਾ ਕਿ ਸਾਨੂੰ ਅੱਗੇ ਮੁਨਾਫਾ ਹੋਏਗਾ ਜਾਂ ਨਹੀਂ ਹੋਏਗਾ। ਸਪੋਜ਼ ਸਾਡੀ ਲਾਇਬਿਲਿਟੀ ਬਹੁਤ ਜ਼ਿਆਦਾ ਹੈ ਅਤੇ ਅਗਲੇ ਸਾਲ ਵੀ ਨਹੀਂ ਖਤਮ ਹੋਣੀ ਹੈ, ਸਾਨੂੰ ਪਤਾ ਲੱਗ ਜਾਏਗਾ। ਫਿਰ ਅਸੀਂ ਸਤਰਕ ਹੋ ਜਾਵਾਂਗੇ ਕਿ ਸਾਨੂੰ ਅਗਲੇ ਸਾਲ ਲਈ ਕਿਵੇਂ ਕਰਨਾ ਚਾਹੀਦਾ। ਸਾਨੂੰ ਕਿਸ ਤਰ੍ਹਾਂ ਆਪਣੇ ਐਕਸਪੈਂਡੀਚਰ ਕੰਟੇਨ, ਕਿਉਂਕਿ ਸਾਡੀ ਲਾਇਬਿਲਿਟੀ ਬਹੁਤ ਜ਼ਿਆਦਾ ਤਾਂ ਅਸੀਂ ਕਿੱਥੇ ਇਨਵੈਸਟਮੈਂਟ ਵੀ ਹਲੇ ਨਹੀਂ ਕਰ ਸਕਦੇ। ਆਪਾਂ ਖਰਚਾ ਚਲਾ ਸਕਦੇ ਹਾਂ, ਤਾਂ ਥੋੜ੍ਹੀ ਬਹੁਤੀ ਇਨਵੈਸਟਮੈਂਟ ਹੋ ਸਕਦੀ ਹੈ, ਥੋੜ੍ਹਾ ਬਹੁਤਾ ਖਰਚਾ ਹੋ ਸਕਦਾ, ਜਿਸ ਨਾਲ ਸਾਡਾ ਅਕਾਊਂਟ ਹੈ ਜਿਹੜਾ ਉਹ ਬਿਲਕੁਲ ਮੇਨਟੇਨ ਰਹੇ। ਕਿਉਂਕਿ ਅਕਾਊਂਟ ਬਹੁਤ ਜ਼ਰੂਰੀ ਹੈ, ਤਾਂ ਹੀ ਬਿਜ਼ਨਸ ਚੱਲੇਗਾ। ਨਹੀਂ ਤਾਂ ਬਿਜ਼ਨਸ ਕਿਵੇਂ ਚੱਲੇਗਾ? ਅੱਗੇ ਆ ਗਿਆ ਡਿਸੀਜਨ ਮੇਕਿੰਗ ਪਾਵਰ। ਡਿਸੀਜਨ ਮੇਕਿੰਗ ਵੀ ਤਾਂ ਹੋ ਸਕਦੀ ਹੈ। ਹੁਣ ਜਿਵੇਂ ਆਪਾਂ ਨੂੰ ਕੋਈ ਬਿਜ਼ਨਸ ਚਲਾਉਣਾ, ਆਪਾਂ ਨੇ ਇਹ ਦੇਖਣਾ ਕਿ ਇਹ ਮਤਲਬ ਸਾਨੂੰ ਇੱਥੇ ਇਨਵੈਸਟਮੈਂਟ ਕਰਨੀ ਅੱਛੀ ਰਹੇਗੀ ਅਤੇ ਸਾਨੂੰ ਇੱਥੇ ਆਪਣੀ ਪਾਰਟੀ ਇੱਥੇ ਖਰਚਾ ਕਰਨਾ ਸਹੀ ਰਹੇਗਾ। ਕੋਈ ਵੀ ਡੇ ਟੂ ਡੇ ਬੇਸਿਸ ਕੋਈ ਚੀਜ਼ ਲੈਣੀ ਸਹੀ ਰਹੇਗੀ, ਇਹ ਤੋਂ ਸਾਨੂੰ ਮੁਨਾਫਾ ਹੋਏਗਾ। ਉਹ ਮੁਨਾਫੇ ਨੂੰ ਦੇਖਣੇ ਸਾਨੂੰ ਆਪਣੇ ਅਕਾਊਂਟਸ ਦੇਖਣੇ ਪੈਣੇ ਹੈ ਕਿ ਸਾਡੇ ਅਕਾਊਂਟ ਸਹੀ ਚੱਲ ਰਹੇ। ਸਾਨੂੰ ਕਨਫਰਮ ਕਰਦੇ ਹਾਂ ਕਿ ਅਸੀਂ ਇਨਵੈਸਟਮੈਂਟ ਕਰ ਸਕੀਏ। ਉਹ ਡਿਸੀਜ਼ਨ ਮੇਕਿੰਗ ਪਾਵਰ, ਉਹੀ ਸਾਨੂੰ ਪਤਾ ਲੱਗਦਾ ਅਕਾਊਂਟਸ ਤੋਂ। ਉਸ ਤੋਂ ਬਾਅਦ ਕੰਪੈਰੀਜ਼ਨ ਕਰਨਾ, ਐਵੋਲਿਊਸ਼ਨ ਕਰਨਾ। ਆਪਾਂ ਸਾਰੀ ਜਿੰਨੀ ਵੀ ਪੋਲਿਸੀਜ਼ ਹੈ, ਅਕਾਊਂਟਸ ਹੈ, ਉਸ ਨੂੰ ਆਪਾਂ ਕੰਪੇਅਰ ਕਰਦੇ ਹਾਂ ਕਿ ਮਤਲਬ ਕਿ ਕਿਸ ਦਾ ਕਿੰਨਾ ਰੋਲ ਹੋਏਗਾ। ਮਤਲਬ ਕਿ
ਪਿਛਲੇ ਸਾਲ ਕਿੰਨਾ ਸੀ, ਇਸ ਸਾਲ ਆਪਾਂ ਕੰਪੇਅਰ ਕਰਾਂਗੇ ਤਾਂ ਅਗਲੇ ਸਾਲ ਕਿਵੇਂ ਹੋਏਗਾ, ਕੰਪੈਰੀਜ਼ਨ ਕਰਨਾ। ਜੇ ਕੋਈ ਪ੍ਰੋਬਲਮ ਆ ਰਹੀ ਹੈ ਉਸ ਨੂੰ ਰੈਕਟੀਫਾਈ ਕਰਨਾ, ਉਹਦੀ ਕੰਪੈਰੀਜ਼ਨ ਕਰਨਾ। ਮਤਲਬ ਕਿ ਆਪਾਂ ਨੂੰ ਜਿਹੜਾ ਟਾਰਗੇਟ ਦਿੱਤਾ ਗਿਆ ਸੀ ਤਾਂ ਉਸ ਨੂੰ ਆਪਾਂ ਅਚੀਵ ਕਰ ਪਾਏ ਨਹੀਂ ਕਰ ਪਾਏ, ਤਾਂ ਉਸਦਾ ਦੇਖਣਾ ਕਿ ਕਿਸ ਤਰ੍ਹਾਂ ਅੱਗੇ ਉਸਦਾ ਡਿਫਾਈਨ ਕੀਤਾ ਜਾਏਗਾ। ਤਾਂ ਉਸ ਨੂੰ ਹੀ ਆਪਾਂ ਕੰਪੈਰੀਜ਼ਨ ਐਵੋਲਿਊਸ਼ਨ 'ਚ ਅਕਾਊਂਟਿੰਗ ਦਾ ਵੀ ਇੱਕ ਮੇਨ ਫੰਕਸ਼ਨ ਹੈ। ਉਸ ਤੋਂ ਬਾਅਦ ਕੰਟਰੋਲ ਕੀ ਹੋਏਗਾ? ਅਕਾਊਂਟਿੰਗ ਆਲਸੋ ਆਇਡੈਂਟੀਫਾਈ ਦੀ ਵੀਕਨੈਸ ਆਫ ਦੀ ਆਪਰੇਸ਼ਨਲ ਸਿਸਟਮ ਐਂਡ ਪ੍ਰੋਵਾਈਡਸ ਦੀ ਫੀਡਬੈਕਸ ਰਿਗਾਰਡ ਦੀ ਇਫੈਕਟਿਵਨੈਸ ਆਫ ਦੀ ਮਈ ਅਡੋਪਟਡ ਟੂ ਚੈੱਕ ਦੀ ਵੀਕਨੈਸ। ਮਤਲਬ ਕਿ ਦੇਖ ਲਓ ਕਿ ਅਕਾਊਂਟ ਸਾਡੀ ਵੀਕਨੈਸ ਵੀ ਦੱਸ ਦਿੰਦਾ ਕਿ ਸਾਡੀ ਪ੍ਰੋਬਲਮ ਕਿੱਥੇ ਹੋ ਰਿਹਾ, ਕਿਉਂਕਿ ਅਕਾਊਂਟ ਦੀ ਜਿਹੜੀ ਸਮਰੀ ਬਣੇਗੀ ਉਹਦਾ ਤੁਹਾਨੂੰ ਇਹ ਤਾਂ ਪਤਾ ਲੱਗ ਜਾਏਗਾ ਕਿ ਅਸੀਂ ਕਿਹੜੇ ਫालतू ਖਰਚੇ ਕੀਤੇ, ਜਿਹੜੇ ਸਾਡੇ ਖਰਚੇ ਸਾਨੂੰ ਨਹੀਂ ਕਰਨੇ ਚਾਹੀਦੇ ਸੀ। ਜਦੋਂ ਆਪਣਾ ਡੇ ਟੂ ਡੇ ਵਿੱਚ ਚੱਲ ਰਿਹਾ ਹੁੰਦਾ, ਸਾਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਅਸੀਂ ਕਿੱਥੇ ਖਰਚਾ ਕਿੰਨਾ ਕਰਤਾ। ਜਦੋਂ ਸਾਲ ਦੇ ਸਟੇਟਮੈਂਟ ਦੇਖਦੇ ਹਾਂ, ਯਾਰ ਇੱਥੇ ਤਾਂ ਇੰਨਾ ਖਰਚਾ ਹੋ ਗਿਆ, ਇਹ ਐਵੇਂ ਕਿਵੇਂ ਹੋ ਗਿਆ ਖਰਚਾ। ਮਤਲਬ ਇੱਕ ਤਰ੍ਹਾਂ ਦਾ ਕੰਟਰੋਲ ਹੋ ਗਿਆ, ਤੁਹਾਨੂੰ ਦੱਸਦੀ ਹੈ ਕਿ ਤੁਹਾਡੀ ਉਰੇ ਵੀਕਨੈਸ ਹੈ, ਤੁਸੀਂ ਕੀ ਕਰ ਰਹੇ ਹੋ, ਗਲਤ ਕਰ ਰਹੇ ਹੋ ਨਾ, ਤੁਹਾਨੂੰ ਇਹ ਦੱਸਦਾ ਹੈ। ਅਤੇ ਉਸ ਤੋਂ ਬਾਅਦ ਆਖਰੀ ਫੰਕਸ਼ਨ ਹੈ ਕਿ ਗੌਰਮੈਂਟ ਰੈਗੂਲੇਸ਼ਨ ਐਂਡ ਟੈਕਸੇਸ਼ਨ, ਜਿਹੜਾ ਤੁਹਾਨੂੰ ਮੈਂ ਦੱਸਿਆ ਹੀ ਸੀ ਕਿ ਅਕਾਊਂਟਿੰਗ ਪ੍ਰੋਵਾਈਡਿੰਗ ਨੈਸੈਸਰੀ ਇਨਫੋਰਮੇਸ਼ਨ, ਉਹ ਜਿਹੜੀ ਜ਼ਰੂਰੀ ਇਨਫੋਰਮੇਸ਼ਨ ਆ ਉਹ ਗੌਰਮੈਂਟ ਨੂੰ ਦੱਸਦੀ ਹੈ ਐਕਸਰਸਾਈਜ਼ ਕਰਨ ਲਈ ਕਿ ਤੁਹਾਡੇ 'ਤੇ ਕਿੰਨਾ ਟੈਕਸ ਬਣੇਗਾ। ਉਸਦੇ ਐਕਸਰਸਾਈਜ਼ ਕਰਨ ਲਈ ਉਹਨਾਂ ਨੂੰ ਅਕਾਊਂਟਸ ਦੇਖਣੇ ਪੈਂਦੇ ਹੈ, ਕਿਉਂਕਿ ਜਦੋਂ ਆਡਿਟ ਹੁੰਦਾ ਅਕਾਊਂਟਸ ਦੇਖਣੇ ਪੈਂਦੇ ਹੈ। ਮਤਲਬ ਕਿ ਤੁਹਾਡੇ ਟੈਕਸ ਪਰਪਸ ਲਈ ਤੁਹਾਨੂੰ ਸਾਰਾ ਦੇਖਣਾ ਪਏਗਾ ਨਾ ਕਿ ਕਿੰਨਾ ਗੌਰਮੈਂਟ ਟੈਕਸ ਦੇਖ ਕੇ ਹੀ ਆਇਡੈਂਟੀਫਾਈ ਕਰ ਪਾਏਗੀ ਕਿ ਇਸ 'ਤੇ ਨਹੀਂ ਟੈਕਸ ਲੱਗਦਾ, ਬਿਲਕੁਲ ਸਹੀ ਹੈ ਇਸ 'ਤੇ ਟੈਕਸ ਲੱਗਣਾ। ਤਾਂ ਸਾਨੂੰ ਆਪਣੇ ਅੱਛੇ ਅਕਾਊਂਟਸ ਰੱਖਣੇ ਜ਼ਰੂਰੀ ਹੈ, ਸਾਡੇ 'ਤੇ ਮਤਲਬ ਕਿ ਸਾਡੇ ਸਾਰੇ ਅਕਾਊਂਟ ਠੀਕ ਰਹਿਣ, ਸਾਨੂੰ ਅੱਗੇ ਪ੍ਰੋਬਲਮ ਨਹੀਂ ਆਉਂਦੀ। ਤਾਂ ਹੁਣ ਜਦੋਂ ਆਪਾਂ ਨੇ ਮੇਨ ਫੰਕਸ਼ਨਸ ਦੇਖ ਲਏ, ਸਾਨੂੰ ਪਤਾ ਲੱਗ ਚੁੱਕਾ, ਹੁਣ ਸਾਨੂੰ ਇਹ ਦੇਖਣਾ ਕਿ ਪ੍ਰੈਕਟੀਕਲ ਵੇ 'ਚ ਅਕਾਊਂਟਿੰਗ ਦਾ ਪ੍ਰੋਸੈਸ ਕਿਸ ਤਰ੍ਹਾਂ ਸਾਈਕਲ ਚੱਲਦਾ, ਕਿਸ ਤਰ੍ਹਾਂ ਸਟੈਪ ਬਾਈ ਸਟੈਪ ਚੱਲਦਾ, ਸਾਨੂੰ ਇਹ ਪਤਾ ਲੱਗਣਾ ਜ਼ਰੂਰੀ ਹੈ। ਕਿਉਂਕਿ ਅੱਜ ਆਪਾਂ ਇੰਟਰੋਡਕਸ਼ਨ ਦੇਖ ਰਹੇ ਹਾਂ, ਸਾਨੂੰ ਸਾਰਾ ਮਤਲਬ ਇੱਕ ਓਵਰਵਿਊ ਪਤਾ ਹੋਣਾ ਜ਼ਰੂਰੀ ਹੈ ਕਿ ਇਸਦਾ ਕਿਵੇਂ ਕਿਸ ਤਰ੍ਹਾਂ ਪ੍ਰੋਸੈਸ ਚੱਲਦਾ। ਪਹਿਲਾ ਸਟੈਪ, ਰਿਕਾਰਡ ਕਰਨਾ ਟ੍ਰਾਂਜੈਕਸ਼ਨ। ਐਜ਼ ਸੂਨ ਐਜ਼ ਟ੍ਰਾਂਜੈਕਸ਼ਨਸ ਹੈਪਨਸ ਇਟ ਇਜ਼ ਦਾ ਫਸਟ ਰਿਕਾਰਡਡ ਇਨ ਸਬਸਿਡਰੀ ਬੁੱਕ। ਸਬਸਿਡਰੀ ਮਤਲਬ ਕੋਈ ਕੈਸ਼ ਬੁੱਕ, ਸੇਲ ਬੁੱਕ, ਕੈਸ਼ ਬੁੱਕ ਹੋ ਗਈ, ਸੇਲ ਬੁੱਕ ਹੋ ਗਈ, ਪਰਚੇਸ ਬੁੱਕ ਹੋ ਗਈ। ਇਸ ਵਿੱਚ ਪਰਟੀਕੂਲਰ ਆਈਟਮ ਨੂੰ ਰਿਕਾਰਡ ਕਰਨਾ ਹੁੰਦਾ, ਉਸ ਨੂੰ ਰਿਕਾਰਡ ਕਰਨਾ ਹੀ ਮਤਲਬ ਕਿ ਤੁਹਾਨੂੰ ਮੈਂ ਰਿਕਾਰਡਿੰਗ ਟ੍ਰਾਂਜੈਕਸ਼ਨ ਦੱਸੀ ਸੀ ਨਾ ਕਿ ਟ੍ਰਾਂਜੈਕਸ਼ਨ ਦਾ ਮਤਲਬ ਹੋ ਗਿਆ ਕਿ ਦੋ ਪਾਰਟੀ ਵਿੱਚ ਆਪਸੀ ਮਤਲਬ ਕਿ ਕੋਈ ਚੀਜ਼ ਖਰੀਦੀ, ਕੋਈ ਚੀਜ਼ ਵੇਚੀ, ਉਹਦੀ ਟ੍ਰਾਂਜੈਕਸ਼ਨ ਹੋਣੀ, ਮਤਲਬ ਮਨੀ ਵਿੱਚ ਚੇਂਜਿਸ ਹੋਣੀ, ਜਾਂ ਕ੍ਰੈਡਿਟ 'ਤੇ ਵੀ ਚੇਂਜ ਹੋ ਸਕਦਾ, ਮਗਰ ਉਧਾਰੀ 'ਤੇ ਵੀ ਚੇਂਜ ਹੋ ਸਕਦਾ ਅਤੇ ਕੈਸ਼ ਬੇਸਿਸ 'ਤੇ ਵੀ ਚੇਂਜ ਹੋ ਸਕਦਾ। ਮਤਲਬ ਕਿ ਆਪਣੀ ਬਿਜ਼ਨਸ ਟ੍ਰਾਂਜੈਕਸ਼ਨਸ ਹੋਣੀ, ਐਕਚੁਅਲ 'ਚ ਬਿਜ਼ਨਸ ਟ੍ਰਾਂਜੈਕਸ਼ਨਸ ਹੋਣੀ, ਉਸ ਨੂੰ ਹੀ ਆਪਾਂ ਰਿਕਾਰਡ ਕਰਦੇ ਹਾਂ ਆਪਾਂ ਟ੍ਰਾਂਜੈਕਸ਼ਨ ਨੂੰ ਸਬਸਿਡਰੀ ਬੁੱਕ ਵਿੱਚ। ਜਰਨਲ ਮਤਲਬ ਜਿਹੜੀ ਚੀਜ਼ ਆਪਾਂ ਸੇਲ 'ਚ ਪਾਤੀ, ਜਿਹੜੀ ਚੀਜ਼ ਆਪਾਂ ਪਰਚੇਸ ਬੁੱਕ 'ਚ ਪਾਤੀ, ਜਿਹੜੀ ਚੀਜ਼ ਆਪਾਂ ਕੈਸ਼ 'ਚ ਪਾਤੀ। ਉਸ ਤੋਂ ਬਾਅਦ ਕੁਝ ਆਈਟਮਸ ਐਸੀਆਂ ਹੁੰਦੀਆਂ ਜਿਸ ਦਾ ਮਤਲਬ ਕਿ ਆਪਾਂ ਕੋਈ ਬੁੱਕਸ ਮਤਲਬ ਅਲੱਗ-ਅਲੱਗ ਅਕਾਊਂਟਸ ਬਣਾਉਂਦੇ ਹਾਂ, ਜੋ ਮਸ਼ੀਨਰੀ ਅਕਾਊਂਟ ਹੋ ਗਿਆ, ਕੋਈ ਕੈਪੀਟਲ ਦੀ ਐਕਸਪੈਂਡੀਚਰ ਦਾ ਅਕਾਊਂਟ ਹੋ ਗਿਆ, ਕੋਈ ਆਫਿਸ ਮਿਨਿਸਟਰੀ ਅਕਾਊਂਟ ਹੋ ਗਿਆ, ਅਤੇ ਕੋਈ ਪ੍ਰਾਇਮਰੀ ਐਕਸਪੈਂਸਿਸ ਦਾ ਅਕਾਊਂਟ ਹੋ ਗਿਆ, ਉਹ ਆਪਾਂ ਸਾਰੇ ਜਨਰਲ ਅਕਾਊਂਟ 'ਚ ਸ਼ੋਅ ਕਰਦੇ ਹਾਂ। ਮਤਲਬ ਹੋ ਸਕਦਾ ਕਿ ਆਪਾਂ ਸੇਲਸ ਦਾ ਵੀ ਆਪਾਂ ਜਨਰਲ 'ਚ ਦਿਖਾਈਏ, ਇਹ ਵੀ ਹੋ ਸਕਦਾ, ਮੈਂ ਜ਼ਰੂਰੀ ਨਹੀਂ ਹੈ, ਮਤਲਬ ਕਿ ਜ਼ਰੂਰੀ ਨਹੀਂ ਹੈ, ਮਗਰ ਐਕਚੁਅਲੀ ਸਾਰੀਆਂ ਵੀ ਟ੍ਰਾਂਜੈਕਸ਼ਨ ਦਿਖਾ ਸਕਦੇ ਹੋ। ਜਨਰਲ ਹੁੰਦਾ ਕਿ ਇੱਕ ਜਨਰਲ ਬਣਦਾ, ਮਤਲਬ ਕਿ 5 ਕਾਲਮ ਦਾ ਜਨਰਲ ਹੁੰਦਾ, ਡੇਟ ਹੁੰਦੀ ਹੈ, ਪਰਟੀਕੂਲਰ ਹੁੰਦਾ, ਲੈਜਰ ਫੋਲੀ ਹੁੰਦਾ, ਡੈਬਿਟ ਹੁੰਦਾ, ਕ੍ਰੈਡਿਟ ਹੁੰਦਾ। ਮੈਂ ਤੁਹਾਨੂੰ ਸਮਝਾਵਾਂਗਾ ਅੱਗੇ ਕਿ ਡੈਬਿਟ ਕੀ ਹੁੰਦਾ, ਕ੍ਰੈਡਿਟ, ਇਸਦੇ ਜਿਹੜੇ ਰੂਲਸ ਹਨ ਉਸ 'ਚ ਤੁਹਾਨੂੰ ਪੂਰਾ ਕਲੈਰਿਟੀ ਹੋਏਗੀ। ਫਿਲਹਾਲ ਤੁਸੀਂ ਇੱਕ ਓਵਰਵਿਊ ਤਰ੍ਹਾਂ ਸਮਝ ਲਓ ਕਿ ਇਹ 5 ਕਾਲਮ ਹੁੰਦੇ ਹਨ ਜਿਸ ਵਿੱਚ ਆਪਾਂ ਰਿਕਾਰਡ ਕਰਦੇ ਹਾਂ। ਜਿਵੇਂ ਸਪੋਜ਼ ਕਰੋ ਫੋਰ ਐਗਜ਼ਾਮਪਲ ਕਿ ਮੈਂ ਆਪਣੇ ਘਰ ਦੀ ਕੋਈ ਚੀਜ਼ ਵੇਚ ਰਿਹਾ, ਜਿਸ ਤੋਂ ਮੈਨੂੰ ਪੈਸਾ ਆਏਗਾ ਨਾ, ਮਤਲਬ ਕਿ ਮੈਂ ਕੋਈ ਚੀਜ਼ ਵੇਚੀ ਹੈ, ਮੈਨੂੰ ਪੈਸਾ ਆਇਆ। ਹੁਣ ਜਿਹੜੇ ਜੇ ਪੈਸਾ ਆਇਆ, ਮੈਨੇ ਉਸ ਡੇਟ 'ਤੇ ਉਹ ਚੀਜ਼ ਮੈਨੇ ਰਿਕਾਰਡ ਕੀਤਾ, ਮੈਨੇ ਕਿਹਾ ਕਿ ਮੇਰੇ ਕੋਲ ਪੈਸਾ ਆਇਆ, ਮੈਂ ਕਹਾਂਗਾ ਕਿ ਕੈਸ਼ ਅਕਾਊਂਟ ਡੈਬਿਟ। ਅਤੇ ਮੈਨੇ ਕੀ ਚੀਜ਼ ਵੇਚੀ, ਮੈਨੇ ਸਪੋਜ਼ ਕਰੋ ਕੁਰਸੀ ਵੇਚੀ, ਤਾਂ ਮੈਂ ਕਹਾਂਗਾ ਕਿ ਮੈਂ ਟੂ ਜਿਹੜੀ ਅਮਾਊਂਟ ਹੈ ਅਤੇ ਆਪਾਂ ਕ੍ਰੈਡਿਟ ਕਰਾਂਗੇ, ਜਿੰਨੀ ਅਮਾਊਂਟ ਹੈ ਆਪਾਂ ਕ੍ਰੈਡਿਟ ਕਰਾਂਗੇ ਨਾ, ਜਿਵੇਂ ਕੈਸ਼ ਅਕਾਊਂਟ ਹੈ ਉਸ ਆਪਾਂ ਡੈਬਿਟ ਹੋਇਆ, ਟੂ ਕ੍ਰੈਡਿਟ ਕਰਨਾ ਚੇਅਰ ਆਪਣੇ ਅਕਾਊਂਟ ਕ੍ਰੈਡਿਟ ਹੋ ਜਾਏਗੀ। ਉਹ ਜਿਹੜੀ ਟ੍ਰਾਂਜੈਕਸ਼ਨ ਹੋਈ ਤਾਂ ਉਹ ਜਿਹੜੀ ਪਰਟੀਕੂਲਰ ਅਮਾਊਂਟ ਹੈ ਉਹ ਡੈਬਿਟ 'ਚ ਆਏਗੀ, ਉਨੀ ਅਮਾਊਂਟ ਕ੍ਰੈਡਿਟ 'ਚ ਆਏਗੀ। ਜਦੋਂ ਇੱਕ ਪਾਸੇ ਡੈਬਿਟ ਹੋਏਗਾ, ਇੱਕ ਪਾਸੇ ਕ੍ਰੈਡਿਟ ਹੋਏਗਾ। ਇਹ ਤੁਹਾਨੂੰ ਮੈਂ ਅੱਗੇ ਸਮਝਾਵਾਂਗਾ, ਫਿਲਹਾਲ ਤਾਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਸੀ। ਤਾਂ ਜਦੋਂ ਇਹ ਜਿਹੜੇ ਅਕਾਊਂਟਸ ਡੇ ਟੂ ਡੇ ਬੇਸਿਸ 'ਚ ਬਣਨਗੇ, ਇਸ ਵਿੱਚ ਕਿੰਨੇ ਅਕਾਊਂਟਸ ਪਹਿਲੀ ਵਾਰ 'ਚ ਕਿੰਨੇ ਅਕਾਊਂਟਸ ਇਨਵੋਲਵ ਹੋਏ, ਚੇਅਰ ਅਕਾਊਂਟ ਹੋਏ, ਚੇਅਰ ਵੀ ਇਨਵੋਲਵ ਹੋਇਆ, ਅਤੇ ਕੀ ਨਾਮ ਹੈ ਉੱਪਰ ਕੈਸ਼ ਨੂੰ ਇਨਵੋਲਵ ਹੈ, 2 ਅਕਾਊਂਟਸ ਨੂੰ ਇਨਵੋਲਵ ਹੋਏ।
ਉਹ ਜਿਹੜੇ ਅਕਾਊਂਟਸ ਬਾਰ-ਬਾਰ ਕੋਈ ਟ੍ਰਾਂਜੈਕਸ਼ਨ ਹੋ ਸਕਦੀ, ਜ਼ਰੂਰੀ ਨਹੀਂ ਹੈ ਇੱਕ ਵਾਰੀ ਟ੍ਰਾਂਜੈਕਸ਼ਨ ਹੋਵੇ, ਬਾਰ-ਬਾਰ ਵੀ ਕੋਈ ਟ੍ਰਾਂਜੈਕਸ਼ਨ ਹੋ ਸਕਦੀ, ਹੋਰ ਵੀ ਕੁਝ ਵੇਚਿਆ ਜਾ ਸਕਦਾ, ਕੁਝ ਖਰੀਦਿਆ ਜਾ ਸਕਦਾ, ਉਸ ਤਰ੍ਹਾਂ ਅੱਗੋਂ ਸੇਲ ਕੀਤੀ ਜਾ ਸਕਦੀ ਹੈ, ਤਾਂ ਕੁਝ ਵੀ ਟ੍ਰਾਂਜੈਕਸ਼ਨ ਹੋ ਸਕਦੀ ਹੈ। ਜਦੋਂ ਪਰਟੀਕੂਲਰ ਅਕਾਊਂਟਸ ਵਿੱਚ ਟ੍ਰਾਂਜੈਕਸ਼ਨ ਹੋ ਕੇ ਮਤਲਬ ਸਾਲ ਦੇ ਅੰਤ ਵਿੱਚ ਲੈਜਰ ਵੀ ਜਿਹੜੇ ਆ ਨਾ, ਜਦੋਂ ਆਪਾਂ ਟ੍ਰਾਂਜੈਕਸ਼ਨ ਕਰ ਲੈਂਦੇ ਹਾਂ ਤਾਂ ਆਪਾਂ ਨੂੰ ਜਿਵੇਂ ਸਪੋਜ਼ ਕਰੋ ਜਿਸ ਦਿਨ ਆਪਾਂ ਜਿਸ ਡੇਟ ਨੂੰ ਪਾ ਕੇ ਆਪਾਂ ਟ੍ਰਾਂਜੈਕਸ਼ਨ ਕੀਤੀ, ਤਾਂ ਉਸ ਡੇਟ ਦੇ ਵਿੱਚ ਆਪਾਂ ਨੂੰ ਕੈਸ਼ ਅਕਾਊਂਟ ਵਿੱਚ ਉਸ ਟ੍ਰਾਂਜੈਕਸ਼ਨ ਨੂੰ ਦਿਖਾਉਣਾ ਪਏਗਾ ਡੈਬਿਟ ਸਾਈਡ 'ਤੇ, ਕਿ ਸਾਨੂੰ ਕੋਲ ਕੈਸ਼ ਆਇਆ ਤਾਂ ਮੈंने ਇਹ ਚੀਜ਼ ਵੇਚੀ ਹੈ। ਉਹ ਸਾਨੂੰ ਦਿਖਾਉਣਾ ਹੀ ਪਏਗਾ, ਬਿਨਾਂ ਦਿਖਾਏ ਤਾਂ ਨਹੀਂ ਹੋ ਸਕਦਾ, ਕਿਉਂਕਿ ਡੇ ਟੂ ਡੇ ਬੇਸਿਸ ਸਾਨੂੰ ਦਿਖਾਉਣਾ ਪਏਗਾ। ਜਦੋਂ ਆਪਾਂ ਜਨਰਲ ਦੀ ਟ੍ਰਾਂਜੈਕਸ਼ਨ ਕਰਾਂਗੇ ਉਦੋਂ ਹੀ ਆਪਾਂ ਲੈਜਰ ਦੀ ਟ੍ਰਾਂਜੈਕਸ਼ਨ ਕਰਾਂਗੇ, ਨਾਲ ਦੀ ਨਾਲ ਉਸਨੂੰ ਪੋਸਟਿੰਗ ਕਰਾਂਗੇ ਉਹਦੀ, ਕਿਉਂਕਿ ਪੋਸਟਿੰਗ ਕਰਕੇ ਫਿਰ ਜਦੋਂ ਸਾਲ ਦੇ ਅੰਤ ਵਿੱਚ ਜਿੰਨੀਆਂ ਟ੍ਰਾਂਜੈਕਸ਼ਨ ਇਕੱਠੀਆਂ ਹੋ ਜਾਣਗੀਆਂ, ਉਹ ਜਿੰਨੇ ਵੀ ਅਕਾਊਂਟਸ ਇਕੱਠੇ ਹੋਣਗੇ ਉਹਨੂੰ ਹੀ ਆਪਾਂ ਲੈਜਰ ਕਰਨੇ ਆ, ਕਿ ਪਰਟੀਕੂਲਰ ਅਕਾਊਂਟ ਨੂੰ ਲੈ ਜਿਵੇਂ ਕੈਸ਼ ਅਕਾਊਂਟ ਬਣ ਗਿਆ ਉਹ ਇੱਕ ਲੈਜਰ ਮਤਲਬ ਸਾਰੇ ਅਕਾਊਂਟਸ ਆਲ ਜਰਨਲਸ ਆਰ ਪੋਸਟਡ ਇਨਟੂ ਲੈਜਰ 'ਚ ਆਪਾਂ ਇਨਵੋਲਵ ਕਰਦੇ ਹਾਂ, ਕ੍ਰੋਨੋਲੋਜੀਕਲ ਐਂਡ ਕਲਾਸੀਫਾਈਡ ਮੈਨਰ। ਹਰੇਕ ਇੱਕ ਅਕਾਊਂਟ ਬਣ ਜਾਂਦਾ, ਉਹਨੂੰ ਆਪਾਂ ਲੈਜਰ ਕਹਿ ਦਿੰਦੇ। ਫਿਰ ਜਦੋਂ ਲੈਜਰਸ ਦਾ ਅਕਾਊਂਟ ਬਣਦਾ ਨਾ, ਤਾਂ ਉਸ ਵਿੱਚ ਆਖਰੀ ਵਿੱਚ ਬਕਾਇਆ ਬਚਦਾ ਹੈ। ਮਤਲਬ ਹਰੇਕ ਅਕਾਊਂਟ ਬਣਾਇਆ, ਕੈਸ਼ ਅਕਾਊਂਟ ਬਣਾਇਆ, ਕੋਈ ਆਪਾਂ ਪੇਮੈਂਟ ਵੀ ਕੀਤੀ ਹੈ, ਜਿਵੇਂ ਕੋਈ ਫਰਨੀਚਰ ਅਕਾਊਂਟ ਹੈ, ਪਰਚੇਸ ਵੀ ਕੀਤੇ ਆਪਾਂ ਨੇ, ਸੇਲ ਵੀ ਕੀਤੀ ਹੈ, ਆਖਰੀ 'ਚ ਉਹਦੀ ਵੈਲਿਊ ਕਿੰਨੀ ਹੋਈ, ਮੇਰੇ ਕੋਲ ਇੰਨਾ ਫਰਨੀਚਰ ਦੀ ਮੇਰੀ ਵੈਲਿਊ ਹੈ, ਉਹ ਹੋਏਗਾ ਬਕਾਇਆ। ਉਹ ਆਪਾਂ ਟ੍ਰਾਇਲ ਬੈਲੈਂਸ 'ਚ ਦਿਖਾਵਾਂਗੇ, ਟ੍ਰਾਇਲ ਬੈਲੈਂਸ 'ਚ ਸਾਰੀ ਵੈਲਿਊ ਦਿਖਾਵਾਂਗੇ, ਹਰੇਕ ਆਈਟਮ ਦੀ ਵੈਲਿਊ ਹੋਏਗੀ ਕਿ ਕਿੰਨਾ ਬਕਾਇਆ ਬੱਚਾ ਸਾਲ ਦੇ ਅੰਤ ਵਿੱਚ ਮੇਰੇ ਕੋਲ, ਕਿੰਨੀ ਉਸਦੀ ਵੈਲਿਊ ਹੋਈ, ਮੋਨੀਟਰੀ ਵੈਲਿਊ ਕਿੰਨੀ ਹੋਈ ਉਹਦੀ। ਉਹ ਸਾਰਾ ਦਿਖਾਉਣ ਤੋਂ ਬਾਅਦ ਕੋਈ ਐਡਜਸਟਮੈਂਟ ਟ੍ਰਾਇਲ ਬੈਲੈਂਸ ਹੋ ਗਿਆ, ਮਤਲਬ ਤਾਂ ਵੀ ਹੋ ਸਕਦਾ ਕਿ ਸਾਲ ਦੇ ਅੰਤ ਵਿੱਚ ਕੋਈ ਐਡਜਸਟਮੈਂਟ ਹੋਈ, ਕੋਈ ਪੈਂਡਿੰਗ ਰਹਿ ਗਿਆ ਹੋਵੇ, ਕੋਈ ਸੈਲਰੀ ਕਿਸੇ ਦੀ ਦੇਣੀ ਰਹਿ ਰਹੀ ਹੋਵੇ, ਕੋਈ ਰੈਂਟ ਦੇਣਾ ਰਹਿ ਗਿਆ, ਕੋਈ ਇਲੈਕਟ੍ਰਿਸਿਟੀ ਬਿੱਲ ਦੇਣਾ ਡਿਊ ਹੋਵੇ, ਉਹ ਆਪਾਂ ਵੀ ਸਾਰੀ ਉਸੇ ਸਾਲ ਵਿੱਚ ਪੇਮੈਂਟ ਕਰਾਂਗੇ। ਫਿਰ ਆਪਾਂ ਐਡਜਸਟਮੈਂਟ ਐਂਟਰੀ ਕਰਾਂਗੇ, ਉਹਨੂੰ ਕਰੈਕਟ ਕਰਾਂਗੇ, ਉਸ ਵਿੱਚ ਐਡ ਕਰਾਂਗੇ ਜਾਂ ਮਾਈਨਸ ਕਰਾਂਗੇ, ਠੀਕ ਹੈ। ਆਪਾਂ ਐਡ ਕਰਾਂਗੇ, ਉਹ ਐਡਜਸਟਮੈਂਟ ਐਂਟਰੀ ਹੋ ਜਾਏਗੀ। ਉਸ ਤੋਂ ਬਾਅਦ ਹੋ ਜਾਏਗਾ ਕਲੋਜ਼ਿੰਗ ਐਂਟਰੀ। ਹੁਣ ਸਾਰੇ ਜਿੰਨੇ ਆਲ ਦਾ ਨੋਮੀਨੇਟਸ ਅਕਾਊਂਟਸ ਆਰ ਟੂ ਬੀ ਕਲੋਜ਼ਡ ਬਾਈ ਦਾ ਟ੍ਰਾਂਸਫਰਿੰਗ ਟੂ ਟ੍ਰੇਡਿੰਗ ਐਂਡ ਪੀਐਲ ਅਕਾਊਂਟ। ਟ੍ਰੇਡਿੰਗ ਐਂਡ ਪੀਐਲ ਅਕਾਊਂਟ ਕੀ ਹੁੰਦਾ ਹੈ, ਪੂਰੇ ਸਾਲ ਦੀ ਸਮਰੀ ਹੁੰਦੀ ਹੈ ਕਿ ਮੈਨੇ ਮਤਲਬ ਕਿ ਟ੍ਰੇਡਿੰਗ ਅਕਾਊਂਟ ਹੋ ਗਿਆ ਜਿਸ ਵਿੱਚ ਮੈਨੇ ਕਿੰਨਾ ਮਾਲ ਮੇਰਾ ਪੁਰਾਣਾ ਸੀ ਅਤੇ ਕਿੰਨਾ ਮਾਲ ਮੈਂ ਨਵਾਂ ਖਰੀਦਿਆ, ਅਤੇ ਉਹਦੇ ਉੱਪਰ ਕਿੰਨਾ ਖਰਚਾ ਕੀਤਾ, ਅਤੇ ਮੈਂ ਕਿੰਨੀ ਸੇਲ ਕੀਤੀ, ਅਤੇ ਸੇਲ ਵਿੱਚੋਂ ਮਾਈਨਸ ਕਰਕੇ ਜਿੰਨਾ ਉਹ ਬਕਾਇਆ ਬਚਿਆ ਤਾਂ ਉਹ ਮੇਰਾ ਪ੍ਰੋਫਿਟ ਹੋ ਗਿਆ। ਤਾਂ ਉਸ ਨੂੰ ਅੱਗੇ ਜਦੋਂ ਮੈਂ ਟ੍ਰਾਂਸਫਰ ਕੀਤਾ ਤਾਂ ਅੱਗੋਂ ਮੈਂ ਪੀਐਲ ਅਕਾਊਂਟ ਬਣਾਇਆ। ਪੀਐਲ ਅਕਾਊਂਟ 'ਚ ਮੈਂ ਐਕਸਪੈਂਸਿਸ ਰੱਖੇ, ਇਨਕਮਸ ਰੱਖੀਆਂ, ਤਾਂ ਜਿਸ ਤੋਂ ਮੇਰੇ ਐਕਸਪੈਂਸਿਸ ਮੇਰੇ ਗਰੋਸ ਪ੍ਰੋਫਿਟ 'ਚੋਂ ਜਿਹੜੀਆਂ ਐਕਸਪੈਂਸਿਸ ਮਾਈਨਸ ਕੀਤੀਆਂ ਤਾਂ ਮੇਰੇ ਕੋਲ ਨੈਟ ਪ੍ਰੋਫਿਟ ਆਇਆ, ਉਹ ਆਪਾਂ ਬੈਲੈਂਸ ਸ਼ੀਟ 'ਚ ਦਿਖਾਇਆ। ਉਹ ਸਾਰੀ ਸਮਰੀ ਹੁੰਦੀ ਹੈ, ਆਪਾਂ ਸਾਰੀ ਸਮਰੀ ਦਿਖਾਉਂਦੇ ਹਾਂ, ਉਸ ਨੂੰ ਹੀ ਆਪਾਂ ਫਾਈਨੈਂਸ਼ੀਅਲ ਸਟੇਟਮੈਂਟ ਕਹਿੰਦੇ ਹਾਂ। ਮਟੀਰੀਅਲ ਐਂਡ ਪੀਐਲ ਅਕਾਊਂਟ ਤੇ ਬੈਲੈਂਸ ਸ਼ੀਟ ਇਜ਼ ਅ ਫਾਈਨੈਂਸ਼ੀਅਲ ਸਟੇਟਮੈਂਟ। ਫਾਈਨੈਂਸ਼ੀਅਲ ਸਟੇਟਮੈਂਟ can now be easily prepared with the exhibit the true financial position and operating results। ਅੱਗੇ ਦੇਖੀਏ, ਤੁਹਾਨੂੰ ਸਮਝ ਆ ਗਿਆ ਨਾ ਫਾਈਨੈਂਸ਼ੀਅਲ ਸਟੇਟਮੈਂਟ ਕਿ ਕਿਹਨੂੰ ਆਪਾਂ ਕਵਾਂਗੇ ਫਾਈਨੈਂਸ਼ੀਅਲ ਸਟੇਟਮੈਂਟ ਨੂੰ, ਜੋ ਸਾਲ ਦੇ ਅੰਤ ਵਿੱਚ ਜਿਵੇਂ ਆਪਾਂ ਨੇ ਹੁਣ ਆਪਾਂ ਦੇਖਦੇ ਆ ਰਹੇ ਹਾਂ ਕਿ ਸਟੈਪ ਬਾਈ ਸਟੈਪ ਚੱਲਦੇ ਆ ਰਹੇ ਹਾਂ। ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਇਹ ਸਿਸਟਮੈਟਿਕ ਸਾਇੰਸ ਹੈ, ਇੱਕ ਆਰਟ ਹੈ, ਇਸ ਨੂੰ ਕਰਨ ਦਾ ਪੂਰਾ ਤਰੀਕਾ ਹੈ। ਹੁਣ ਹਰੇਕ ਇੱਕ ਮੈਥਡ ਨੂੰ ਵੀ ਕਰਨ ਦਾ ਤਰੀਕਾ ਹੈ, ਉਸਦੇ ਅੱਗੇ ਜਿਹੜੇ ਰੂਲਸ ਹੋਗੇ ਤੁਹਾਨੂੰ ਮੈਂ ਅੱਗੇ ਦੱਸਾਂਗਾ। ਕਿਹੜੀ ਚੀਜ਼ ਆਪਾਂ ਡੈਬਿਟ ਕਰਨੀ ਹੈ, ਕਿਹੜੀ ਚੀਜ਼ ਆਪਾਂ ਕ੍ਰੈਡਿਟ ਕਰਨੀ ਹੈ, ਉਸਦੇ ਰੂਲਸ ਐਂਡ ਰੈਗੂਲੇਸ਼ਨ ਤੁਹਾਨੂੰ ਮੈਂ ਅੱਗੇ ਦੱਸਾਂਗਾ। ਉਸ ਤੋਂ ਬਾਅਦ ਹੁਣ ਆਪਾਂ ਇਹ ਵੀ ਦੇਖ ਲਈਏ ਕਿ ਅਕਾਊਂਟ ਵੀ ਕਲਾਸੀਫਾਈ ਕਰ ਸਕਦੇ ਹਾਂ ਕਿ ਅਕਾਊਂਟਿੰਗ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ। ਫਾਈਨੈਂਸ਼ੀਅਲ ਅਕਾਊਂਟਿੰਗ ਅਲੱਗ ਹੁੰਦੀ ਹੈ, ਕੋਸਟ ਅਕਾਊਂਟਿੰਗ ਅਲੱਗ ਹੁੰਦੀ ਹੈ, ਮੈਨੇਜਮੈਂਟ ਅਕਾਊਂਟਿੰਗ ਅਲੱਗ ਹੁੰਦੀ ਹੈ। ਹੁਣ ਇਸ ਫਾਈਨੈਂਸ਼ੀਅਲ ਅਕਾਊਂਟਿੰਗ 'ਚ ਕੀ ਹੁੰਦਾ, ਆਪਾਂ ਪ੍ਰੋਫਿਟ ਅਤੇ ਲੋਸ ਦੇਖਦੇ ਹਾਂ ਕਿ ਸਾਰੇ ਸਾਲ ਦੇ ਟ੍ਰਾਂਜੈਕਸ਼ਨ ਵਿੱਚ ਕਿੰਨਾ ਪ੍ਰੋਫਿਟ ਅਤੇ ਕਿੰਨਾ ਲੋਸ ਹੋਏ। ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਤਾਂ ਹਰੇਕ ਬਿਜ਼ਨਸ ਵਿੱਚ ਜ਼ਰੂਰੀ ਹੈ। ਕੋਸਟ ਅਕਾਊਂਟਿੰਗ ਹਰੇਕ ਇੱਥੇ ਨਹੀਂ ਜ਼ਰੂਰੀ ਪੈਂਦੀ, ਉਸ ਨੂੰ ਉੱਥੇ ਜ਼ਰੂਰੀ ਪੈਂਦੀ ਜਿਸ ਵਿੱਚ ਆਪਣੇ ਕੋਸਟ ਦੀ ਵੈਲਿਊ ਨੂੰ ਇਨਵੋਲਵ ਕੀਤਾ ਹੋਵੇ, ਕੋਸਟ ਦੀ ਵੈਲਿਊ ਨੂੰ ਇਨਵੋਲਵ ਕੀਤਾ ਹੋਵੇ। ਜਿਵੇਂ ਕੋਈ ਚੀਜ਼ ਪ੍ਰੋਡਕਸ਼ਨ ਵਿੱਚ ਹੈ, ਮੈਨੂਫੈਕਚਰਿੰਗ ਪ੍ਰੋਡਕਸ਼ਨ ਹੈ, ਉਹਦੇ ਲਈ ਕੋਈ ਪਰਟੀਕੂਲਰ ਆਈਟਮ ਹੈ, ਪਰਟੀਕੁਲਰ ਆਈਟਮ ਦੀ ਆਪਾਂ ਇੱਕ ਕੋਸਟ ਲਗਾਉਂਦੇ ਹਾਂ, ਐਸਟੀਮੇਟਿਡ ਕੋਸਟ ਲੱਗਦੀ ਹੈ ਕਿ ਇੰਨੀ ਇਸਦੀ ਐਸਟੀਮੇਟਿਡ ਕੋਸਟ ਹੈ, ਅਤੇ ਇਸ ਦੀ ਐਸਟੀਮੇਟਿਡ ਤੋਂ ਹੀ ਫਿਰ ਅੱਗੋਂ ਉਹਦੇ ਜਿਹੜੀਆਂ ਬਾਰ-ਬਾਰ ਵੈਲਿਊ ਪ੍ਰੋਡਕਟਸ ਬਣਦੇ ਨੇ, ਉਹਦੇ ਨਾਲ ਦੇ ਜਿਹੜੇ ਕਾਪੀ ਜਿਹੜੇ ਆ ਸਾਰੇ ਪ੍ਰੋਡਕਟਸ ਬਣਦੇ ਨੇ, ਤਾਂ ਉਹਦੀ ਵੈਲਿਊ ਉੱਪਰ ਹੀ ਬਣਦੇ ਨੇ, ਫਿਰ ਉਹਦੀ ਕਲੈਕਸ਼ਨ ਹੁੰਦੀ ਹੈ, ਫਿਰ ਅੱਗੋਂ ਮਾਰਕੀਟ 'ਚ ਜਾਂਦੇ ਨੇ, ਤਾਂ ਪੂਰਾ ਉਸਦੇ ਲਈ ਵੀ ਕੋਸਟ ਅਕਾਊਂਟਿੰਗ ਕਰਨੀ ਪੈਂਦੀ ਹੈ। ਐਕਚੁਅਲੀ ਜਨਰੇਸ਼ਨ ਆਪਾਂ ਜੇ ਡੈਫੀਨੇਸ਼ਨ ਪੜ੍ਹੀਏ, ਜਨਰੇਸ਼ਨ ਫॉर ਕੰਟਰੋਲਿੰਗ ਆਪਰੇਸ਼ਨ ਵਿਦ ਵਿਊ ਟੂ ਮੈਕਸੀਮਾਈਜ਼ ਐਫੀਸ਼ੀਐਂਸੀ ਐਂਡ ਪ੍ਰੋਫਿਟ। ਮਤਲਬ ਕਿ ਜੇ ਸਾਨੂੰ ਕੋਸਟ ਦੀ ਵੈਲਿਊ ਨਹੀਂ ਲਵਾਂ, ਸਾਨੂੰ ਪ੍ਰੋਫਿਟ ਕਿਸ ਤਰ੍ਹਾਂ ਪਤਾ ਲੱਗੇਗਾ। ਆਪਾਂ ਤਾਂ ਕੁਛ ਵੀ ਦਾਮ ਲਗਾਉਂਦੇ ਜਾਵਾਂਗੇ, ਦਾਮ ਲਗਾਉਂਦੇ ਜਾਵਾਂਗੇ, ਤਾਂ ਇਹ 'ਚ ਵੀ ਔਖੀ ਕਰੇਗੀ। ਮੈਨੇਜਮੈਂਟ ਅਕਾਊਂਟਿੰਗ ਮਤਲਬ ਜਦੋਂ ਅਸੀਂ ਕੋਸਟ ਅਕਾਊਂਟਿੰਗ ਕਰ ਉਸ ਤੋਂ ਬਾਅਦ ਮੈਨੇਜਮੈਂਟ ਕਰਨਾ, ਇੰਟਰਪ੍ਰੇਟ ਕਰਨਾ, ਐਨਾਲਾਈਜ਼ ਕਰਨਾ ਕਿ ਐਕਚੁਅਲ 'ਚ ਕਿੰਨਾ ਮੁਨਾਫਾ ਹੋ ਰਿਹਾ, ਕਿੰਨੀ ਲੋਸ ਹੋ ਰਿਹਾ। ਡਿਸੀਜ਼ਨ ਮੇਕਿੰਗ ਪਾਵਰ 'ਚ ਫਾਇਦਾ ਹੋ ਜਾਂਦਾ ਨਾ, ਕਿ ਜਦੋਂ ਸਾਨੂੰ ਇਹ ਪਤਾ ਲੱਗ ਜਾਂਦਾ ਕਿ ਸਾਡੇ ਕੋਸਟ ਅਕਾਊਂਟ ਮੇਰਾ ਡਿਸੀਜ਼ਨ ਲੈਣਾ ਆਸਾਨ ਹੋ ਜਾਂਦਾ ਕਿ ਇਸ ਦਾ ਕੋਸਟ ਇੰਨਾ, ਇਹ ਮਤਲਬ ਕਿ ਇਹ ਇਸ ਮਾਰਕੀਟ ਲਈ ਅੱਛਾ ਹੈ ਜਾਂ ਇਹ ਇਸ ਮਾਰਕੀਟ ਲਈ ਅੱਛਾ ਹੈ, ਇਨਵੈਸਟਮੈਂਟ ਇੰਨੀ ਅੱਛੀ ਰਹੇਗੀ। ਇੱਕ ਮਤਲਬ ਇੱਕ ਕੰਟਰੋਲਿੰਗ ਕਰਨੀ ਅੱਛੀ ਹੋ ਜਾਂਦੀ ਜਦੋਂ ਆਪਾਂ ਮੈਨੇਜਮੈਂਟ ਕਰਦੇ ਹਾਂ। ਅਕਾਊਂਟਿੰਗ ਟੂ ਅਸਿਸਟ ਦੀ ਮੈਨੇਜਮੈਂਟ ਇਨ ਪਲੈਨਿੰਗ ਐਂਡ ਡਿਸੀਜ਼ਨ ਮੇਕਿੰਗ।
ਉਸ ਤੋਂ ਬਾਅਦ ਬੇਸਿਸ ਆਫ ਅਕਾਊਂਟਿੰਗ। ਬੇਸਿਸ ਦੋ ਤਰ੍ਹਾਂ ਦੀ ਹੋ ਸਕਦੀ ਹੈ ਅਕਾਊਂਟਿੰਗ, ਅਕਰੂਅਲ ਬੇਸਿਸ ਐਂਡ ਕੈਸ਼ ਬੇਸਿਸ ਆਫ ਅਕਾਊਂਟਿੰਗ। ਅਕਰੂਅਲ ਬੇਸਿਸ ਨੂੰ ਮਰਕੈਂਟਾਈਲ ਬੇਸਿਸ ਵੀ ਕਿਹਾ ਜਾ ਸਕਦਾ, ਜਿਵੇਂ ਆਪਾਂ ਅੱਗੇ ਦੇਖ ਰਹੇ ਹਾਂ ਕਿ ਆਪਾਂ ਨੂੰ ਮਰਕੈਂਟਾਈਲ ਬੇਸਿਸ ਵੀ ਕਿਹਾ ਜਾ ਸਕਦਾ। ਅਕਰੂਅਲ ਬੇਸਿਸ ਹੁੰਦੀ ਹੈ ਕਿ ਆਪਾਂ ਕੋਈ ਚੀਜ਼ ਮਤਲਬ ਕਿ ਆਪਣਾ ਕੋਈ ਰੈਵਨਿਊ ਹੋ ਰਿਹਾ, ਕੋਈ ਖਰਚਾ ਹੋ ਰਿਹਾ, ਕੋਈ ਆਪਾਂ ਐਸੈਟਸ ਲੈ ਰਹੇ, ਕੋਈ ਲਿਬਿਲਿਟੀ ਲੈ ਰਹੇ, ਮਤਲਬ ਕਿ ਉਹਦਾ ਐਕਚੁਅਲ 'ਚ ਉਹਦੀ ਕਿੰਨੀ ਵੈਲਿਊ 'ਚ ਉਹਦੀ ਪੇਮੈਂਟ ਹੋਈ ਹੈ, ਜਾਂ ਐਕਚੁਅਲ 'ਚ ਸਾਨੂੰ ਕਿੰਨੇ ਪੈਸੇ ਰਿਸੀਵ ਹੋਏ ਹੈ, ਸਾਨੂੰ ਕਿੰਨਾ ਪੈਸਾ ਆਇਆ, ਅਸੀਂ ਕਿੰਨਾ ਪੈਸਾ ਦਿੱਤਾ, ਉਹ ਨਾ ਦੇਖ ਕੇ ਸਾਰਾ ਟੋਟਲ ਦੇਖਣਾ ਕਿ ਮੈंने ਇੰਨੀ ਸੇਲ ਕਰਤੀ ਹੈ, ਭਾਵੇਂ ਮੇਰੇ ਕੋਲ ਹਲੇ ਪੈਸੇ ਆਏ ਨਹੀਂ ਆਏ, ਮਗਰ ਮੈंने ਇੰਨੀ ਸੇਲ ਕਰ ਦਿੱਤੀ ਹੈ, ਉਸ ਨੂੰ ਕਹਾਂਗੇ ਅਕਰੂਅਲ ਬੇਸਿਸ ਆਫ ਅਕਾਊਂਟਿੰਗ। ਸਾਰੀਆਂ ਹੀ ਟ੍ਰਾਂਜੈਕਸ਼ਨ ਲੈ ਲੈਣੀਆਂ, ਮੈਨੂੰ ਰਿਐਲਿਟੀ ਦਾ ਪਤਾ ਮੇਰੇ ਕੋਲ ਰਿਐਲਿਟੀ 'ਚ ਕਿੰਨਾ ਪੈਸਾ ਆਇਆ, ਮੈਨੂੰ ਸੇਲ ਹੋ ਗਈ ਹੈ, ਮੈਂ ਕਹਾਂ 1 ਲੱਖ ਦੀ ਸੇਲ ਹੋ ਗਈ ਹੈ, ਬਟ ਮੇਰੇ ਕੋਲ ਐਕਚੁਅਲ 'ਚ 50,000 ਆਇਆ, मैंने सारा 1 ਲੱਖ ਦੀ ਵੈਲਿਊ ਪਾ ਦਿੱਤੀ ਉਸ ਵਿੱਚ, ਤਾਂ ਉਹਨੂੰ ਕਹਾਂਗੇ ਅਕਰੂਅਲ ਬੇਸਿਸ ਆਫ ਅਕਾਊਂਟਿੰਗ। ਤਾਂ ਜਦੋਂ ਆਪਾਂ ਸੈਕਿੰਡ ਦੇਖਾਂਗੇ ਹੁਣ ਕੋਈ ਕੈਸ਼ ਬੇਸਿਸ ਇਸ ਤੋਂ ਉਲਟ, ਮਤਲਬ ਕਿ ਐਕਚੁਅਲ 'ਚ ਕਿੰਨਾ ਪੈਸਾ ਰਿਸੀਵ ਹੋਇਆ, ਉਸ ਨੂੰ ਕਹਾਂਗੇ ਕੈਸ਼ ਬੇਸਿਸ ਆਫ ਅਕਾਊਂਟਿੰਗ। ਉਸ ਤੋਂ ਬਾਅਦ ਹੁਣ ਅੱਗੇ ਆਪਾਂ ਬੇਸਿਕਸ ਦੇਖਾਂਗੇ। ਆਪਾਂ ਅੱਜ ਦੇ ਲਾਸਟ ਵਿੱਚ ਆਪਾਂ ਸਿਰਫ ਗੱਲ ਬੇਸਿਕਸ ਦੇਖਾਂਗੇ ਅਕਾਊਂਟਸ ਟਰਮਸ ਦੇ, ਕਿ ਕੁਝ ਟਰਮਸ ਤੁਹਾਨੂੰ ਪਤਾ ਹੋਣੀ ਬਹੁਤ ਜ਼ਰੂਰੀ ਹੈ, ਤੁਹਾਨੂੰ ਈਜ਼ੀਲੀ ਫਿਰ ਅੱਗੋਂ ਤੁਹਾਨੂੰ ਸਮਝਣਾ ਅੰਡਰਸਟੈਂਡ ਕਰਨਾ ਆਸਾਨ ਹੋ ਜਾਏਗਾ। ਟ੍ਰਾਂਜੈਕਸ਼ਨ ਤਾਂ ਤੁਹਾਨੂੰ ਮੈਂ ਦੱਸਿਆ ਹੀ ਸੀ ਕਿ ਦੋ ਪਾਰਟੀਆਂ ਵਿੱਚ ਜਿਹੜੀ ਕੋਈ ਮੋਨੀਟਰੀ ਵੈਲਿਊ 'ਚ ਜਾਂ ਉਧਾਰੀ 'ਤੇ ਕੋਈ ਟ੍ਰਾਂਜੈਕਸ਼ਨ ਹੋ ਰਹੀ ਹੈ, ਜੇ ਉਧਾਰੀ ਤੋਂ ਹੋ ਰਹੀ ਹੈ ਤਾਂ ਫਿਊਚਰ ਵਿੱਚ ਉਹਦੀ ਪੇਮੈਂਟ ਹੋਏਗੀ। ਜਿਵੇਂ ਕੈਸ਼ 'ਤੇ ਹੋ ਰਹੀ ਹੈ, ਸੇਲ ਹੋ ਰਹੀ ਹੈ, ਪਰਚੇਜ਼ ਹੋ ਰਹੀ ਹੈ, ਕਿਸੇ ਦੋ ਪਾਰਟੀਆਂ ਦੇ ਇਨਵੋਲਵ ਹੋਣਾ, ਇੱਕ ਦੂਜੇ ਨਾਲ ਮੋਨੀਟਰੀ 'ਚ ਐਕਸਚੇਂਜ ਹੋਣਾ, ਕਿਸੇ ਨੂੰ ਇੱਕ ਪੈਸਾ ਮਿਲੇਗਾ ਤਾਂ ਕਿਸੇ ਨੂੰ ਕੋਈ ਚੀਜ਼ ਮਿਲੇਗੀ, ਤਾਂ ਉਹ ਚੀਜ਼ ਹੋਣੀ, ਉਹਨੂੰ ਟ੍ਰਾਂਜੈਕਸ਼ਨ ਕਹਾਂਗੇ। ਗੁੱਡਸ ਐਂਡ ਸਰਵਿਸ, ਗੁੱਡਸ ਹੋ ਗਈਆਂ, ਮਤਲਬ ਕਿ ਤੁਹਾਨੂੰ ਮਾਲ ਪਰਚੇਸ ਕੀਤਾ ਆਪਣੇ ਬਿਜ਼ਨਸ ਲਈ, ਕਿਸੇ ਤੋਂ ਮਾਲ ਲਿੱਤਾ, ਕੋਈ ਕੱਚਾ ਮਾਲ ਵੀ ਹੋ ਸਕਦਾ, ਮਾਲ ਲਿੱਤਾ ਉਸਨੂੰ ਅੱਗੇ ਪ੍ਰੀਪੇਅਰ ਕਰਨ ਲਈ, ਉਹ ਗੁੱਡਸ ਹੋ ਗਈਆਂ। ਉਹ ਇੱਕ ਤਰ੍ਹਾਂ ਦੀ ਤੁਹਾਡੀ ਕਰੰਟ ਐਸੈਟ ਵੀ ਹੁੰਦੀ ਹੈ, ਉਹ ਕਰੰਟ ਐਸੈਟ ਵੀ ਤੁਹਾਨੂੰ ਮੈਂ ਅੱਗੇ ਦੱਸਾਂਗਾ ਕਿ ਕਰੰਟ ਐਸੈਟ ਕੀ ਹੁੰਦੀ ਹੈ। ਪ੍ਰੋਫਿਟ ਕੀ ਹੁੰਦਾ? ਪ੍ਰੋਫਿਟ ਹੁੰਦਾ ਕਿ ਐਕਸਪੈਂਸਿਸ ਘੱਟ ਨੇ ਅਤੇ ਇਨਕਮ ਜ਼ਿਆਦਾ ਹੈ, ਸਾਡਾ ਮਤਲਬ ਕਿ ਸਾਡਾ ਕਮਾਈ ਜ਼ਿਆਦਾ ਹੋਈ ਹੈ, ਖਰਚੇ ਘੱਟ ਹੋਏ, ਤਾਂ ਨੈਟ ਪ੍ਰੋਫਿਟ ਬਚੇਗਾ। ਲੋਸ ਹੋਏਗਾ ਜੇ ਸਾਡੇ ਖਰਚੇ ਜ਼ਿਆਦਾ ਹੋ ਗਏ, ਕਮਾਈ ਘੱਟ ਹੋਈ, ਨੈਟ ਲੋਸ ਹੋਏਗਾ। ਐਸੈਟ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਕਰੰਟ ਐਸੈਟ, ਫਿਕਸਡ ਐਸੈਟ। ਕਰੰਟ ਐਸੈਟ ਅਤੇ ਫਿਕਸਡ ਕਰੰਟ ਐਸੈਟ ਹੋ ਗਏ, ਗੁੱਡਸ ਹੋ ਗਈਆਂ, ਬਿਲਸ ਪੇਬਲ ਹੋ ਗਏ, ਜਿਹੜੇ ਆਪਾਂ ਨੇ ਪਾਰਟੀਕੂਲਰ 1 ਈਅਰ 'ਚ ਪੇ ਕਰਨੇ ਹੁੰਦੇ ਆ, ਅਤੇ ਫਿਕਸਡ ਐਸੈਟ ਹੋ ਗਏ ਜਿਹੜੇ ਲੌਂਗ ਟਰਮ ਬੇਸਿਸ ਲਈ ਹੋ ਗਏ, ਗੁੱਡਵਿਲ ਹੋ ਗਈ, ਕਾਪੀਰਾਈਟ ਹੋ ਗਿਆ, ਇਹ ਇੰਟੈਂਜੀਬਲ ਹੋ ਗਏ ਜਿਹੜੇ ਸਾਨੂੰ ਦਿਖਾਈ ਨਹੀਂ ਦਿੰਦੇ। ਟੈਂਜੀਬਲ ਹੋ ਗਏ ਫਿਕਸਡ ਐਸੈਟਸ ਵਿੱਚ ਮਸ਼ੀਨਰੀ ਹੋ ਗਈ, ਫਰਨੀਚਰ ਹੋ ਗਿਆ, ਇਹ ਚੀਜ਼ਾਂ ਹੋ ਗਈਆਂ। ਲਾਇਬਿਲਿਟੀ, ਐਸੈਟ ਜਿਹੜਾ ਐਸੈਟ 'ਚ ਤੁਹਾਨੂੰ ਮੈਂ ਇੱਕ ਹੋਰ ਗੱਲ ਵੀ ਦੱਸ ਦਵਾਂ, ਐਸੈਟਸ ਜਿਹੜਾ ਉਹ ਸਾਡੀ ਹੈਲਪਫੁਲ ਹੁੰਦਾ ਹੈ ਸਾਡੇ ਬਿਜ਼ਨਸ ਨੂੰ ਅੱਗੇ ਗੇਨ ਕਰਨ ਲਈ। ਕੋਈ ਵੀ ਓਨਰ ਹੈ ਉਹ ਐਸੈਟ ਦਾ ਯੂਜ਼ ਤਾਂ ਕਰੇਗਾ ਹੀ ਕਰੇਗਾ, ਜੋ ਮਸ਼ੀਨਰੀ ਉਹਦਾ ਯੂਜ਼ ਤਾਂ ਕਰੇਗਾ ਹੀ ਕਰੇਗਾ, ਗੁੱਡਸ ਤਾਂ ਉਹਦਾ ਯੂਜ਼ ਕਰੇਗਾ ਹੀ ਕਰੇਗਾ, ਕਿਉਂਕਿ ਉਹਨੂੰ ਵੇਚੇਗਾ ਤਾਂ ਹੀ ਉਹਨੂੰ ਪੈਸਾ ਮਿਲੇਗਾ। ਮਸ਼ੀਨਰੀ ਦਾ ਯੂਜ਼ ਕਰੇਗਾ, ਉੱਚੋਂ ਪ੍ਰੋਡਕਟਸ ਬਣਨਗੇ ਤਾਂ ਹੀ ਉਹ ਅੱਗੋਂ ਵੇਚੇਗਾ। ਐਸੈਟ ਤਾਂ ਕੰਪਨੀ ਲਈ ਤਾਂ ਬਹੁਤ ਜ਼ਰੂਰੀ ਹੈ, ਇੱਕ ਓਨਰ ਲਈ ਤਾਂ ਬਹੁਤ ਜ਼ਰੂਰੀ ਹੈ। ਲਾਇਬਿਲਿਟੀ, ਦੇਣਦਾਰੀਆਂ, ਜਿਹਨੂੰ ਅਸੀਂ ਸਾਡੇ ਨੇ ਕਿਸੇ ਤੋਂ ਮਾਲ ਖਰੀਦਿਆ, ਉਧਾਰੀ ਤੋਂ ਖਰੀਦਿਆ, ਉਸ ਨੂੰ ਆਪਾਂ ਵਾਪਸ ਦੇਣਾ। ਵਰਕਿੰਗ ਕੈਪੀਟਲ ਹੋ ਗਈ ਡੇ ਟੂ ਡੇ ਬੇਸਿਸ ਦਾ ਕੈਪੀਟਲ, ਸਾਡੇ ਕੋਲ ਡੇ ਟੂ ਡੇ ਪੈਸਾ ਖਰਚਣ ਲਈ ਆਪਾਂ ਨੇ ਲੱਖਾਂ ਰੁਪਏ ਦਾ ਇਨਵੈਸਟ ਕਰਤਾ, ਡੇ ਟੂ ਡੇ ਬੇਸਿਸ 'ਚ ਆਪਾਂ ਸਾਡੇ ਕੋਲ ਕੀ ਹੈ ਉਸ ਨੂੰ ਦੇਖਣਾ, ਉਸਦੇ ਕੋਲ ਪੈਸਾ ਹੋਣਾ ਜਿਸ ਨਾਲ ਆਪਾਂ ਅਸੀਂ ਉਹ ਪੇਮੈਂਟ ਕਰ ਸਕੀਏ ਨਾ। ਉਸ ਪਰ ਕੌਂਟੀਜੈਂਟ ਲਾਇਬਿਲਿਟੀ ਵੀ, ਹੁਣ ਕੌਂਟੀਜੈਂਟ ਦਾ ਮਤਲਬ ਤੁਸੀਂ ਉਹ ਡਿਫਾਈਨ ਨੂੰ ਸਮਝੋ ਕਿ ਲਾਇਬਿਲਿਟੀ ਮਤਲਬ ਕਿ ਕੋਈ ਚੀਜ਼ ਆਪਾਂ ਮੈਨੇ ਕਿਸੇ ਨੂੰ ਪੈਸਾ ਦੇਣਾ ਹੈ, ਬਟ ਉਸ ਦੇ ਨਾਲ ਮੇਰਾ ਕੁਝ ਝਗੜੇ ਕਰਕੇ ਮਤਲਬ ਕੋਈ ਕੈਸ਼ ਮਤਲਬ ਇੰਨੇ ਅਮਾਊਂਟ ਨਹੀਂ ਬਣਦੀ ਸੀ, ਜਿਵੇਂ ਸਪੋਜ਼ ਕਰੋ 7,000 ਬਣਦਾ ਸੀ, ਉਹ 10,000 ਲਾਈ ਜਾਂਦਾ, ਤਾਂ ਇਹ ਡਿਸਪਿਊਟ ਚੱਲ ਪਿਆ। ਅਤੇ ਐਸੀ ਅਮਾਊਂਟ ਉਹਨੂੰ ਕਹਿੰਦੇ ਕੌਂਟੀਜੈਂਟ ਲਾਇਬਿਲਿਟੀ। ਮੈਨੇ ਐਕਚੁਅਲ 'ਚ ਉਹਨੂੰ ਕਿੰਨੀ ਪੇਮੈਂਟ ਦੇਣੀ, 7,000 ਦੇਣਾ ਜਾਂ 10,000 ਦੇਣਾ, ਮੈਨੇ ਕਿੰਨੀ ਲਾਇਬਿਲਿਟੀ ਦੇਣੀ ਹੈ, ਉਹ ਹਲੇ ਡਿਸੀਜ਼ਨ ਕੋਰਟ ਵਿੱਚ ਹੈ। ਜੇ ਕੋਰਟ 'ਚ ਚਲਾ ਗਿਆ ਮਾਮਲਾ, ਉਸ ਨੂੰ ਕਹਾਂਗੇ। ਅੱਗੇ ਕਹਾਂਗੇ ਡਰਾਇੰਗਸ ਕਿਹਨੂੰ ਕਹਾਂਗੇ? ਜਿਹੜਾ ਆਪਣੇ ਲਈ ਖਰੀਦਿਆ, ਪਰਸਨਲ ਬਿਜ਼ਨਸ ਵਿੱਚੋਂ ਆਪਣੇ ਲਈ ਲੈਣਾ। ਜਿਵੇਂ ਕੋਈ ਫਰੂਟ ਦਾ ਕੰਮ ਕਰਦਾ ਤਾਂ ਉਹ ਜਿਹੜਾ ਓਨਰ ਹੈ ਫਰੂਟ ਦਾ ਕੰਮ ਕਰਦਾ, ਉਹ ਮਾਲ ਵੇਚਦਾ, ਵਿੱਚੋਂ ਕੁਝ 5 ਪੀਸ ਉਹ ਸਪੋਜ਼ ਕਰੋ ਐਪਲ ਦੇ ਘਰ ਲੈ ਜਾਂਦਾ, ਉਹਦੀ ਡਰਾਇੰਗਸ ਹੋ ਗਈਆਂ। ਉਹਨੇ ਬਿਜ਼ਨਸ ਵਿੱਚੋਂ ਮਾਲ ਚੱਕਿਆ, ਮਤਲਬ ਆਪਣੇ ਪਰਸਨਲ ਲਈ, ਮਤਲਬ ਉਹਨੇ ਐਪਲ ਚੱਕੇ ਹੈ, ਉਹ ਵੀ ਖਰਚਾ ਅਕਾਊਂਟਸ ਵਿੱਚ ਸ਼ੋ ਕਰਨਾ ਪਏਗਾ। ਡੈਟਰ, ਹੁਣ ਡੈਟਰ ਅਤੇ ਕ੍ਰੈਡਿਟਰ ਤੁਹਾਨੂੰ ਸਮਝਣਾ ਪਏਗਾ ਕਿ ਸਪੋਜ਼ ਕਰੋ ਮੈਨੇ ਕਿਸੇ ਨੂੰ ਮੋਬਾਈਲ ਵੇਚਿਆ ਅਤੇ ਮੈਨੇ ਉਸਨੂੰ ਉਧਾਰ 'ਤੇ ਵੇਚਿਆ, ਠੀਕ ਹੈ, ਅਤੇ ਮੇਰੇ ਲਈ ਉਹ ਡੈਟਰ ਹੋ ਗਿਆ, ਉਸਨੇ ਮੈਨੂੰ ਪੈਸਾ ਦੇਣਾ। ਡੈਟਰ ਮਤਲਬ ਡੀ ਤੋਂ ਦੇਣ ਦਾ, ਜਿਸ ਨੇ ਮੈਨੂੰ ਪੈਸਾ ਦੇਣਾ। ਕ੍ਰੈਡਿਟਰ ਮਤਲਬ ਕਿ ਮੈਨੇ
ਕਿਸੇ ਤੋਂ ਮਾਲ ਖਰੀਦਿਆ ਅਤੇ ਮੈਨੇ ਉਸਨੂੰ ਹਲੇ ਪੈਸੇ ਦੇਣੇ, ਮੈਨੇ ਉਹਨੂੰ ਉਸਨੂੰ ਪੈਸੇ ਦੇਣੇ ਹੈ, ਜਿਸ ਨੂੰ ਮੈਂ ਪੈਸੇ ਦੇਣੇ ਉਹ ਮੇਰੇ ਲਈ ਕ੍ਰੈਡੀਟਰ ਹੋ ਗਿਆ, ਕਿਉਂਕਿ ਉਹ ਲੈਣਦਾਰ ਹੈ ਅਤੇ ਮੈਂ ਦੇਣਦਾਰ ਹਾਂ। ਉਲਟਾ ਹੋ ਗਿਆ ਨਾ। ਪਹਿਲੇ ਮੈਂ ਕੀ ਸੀ, ਪਹਿਲੇ ਮੈਂ ਲੈਣਦਾਰ ਸੀ ਅਤੇ ਮੇਰੇ ਲਈ ਉਹ ਕੌਣ ਸੀ, ਉਹ ਡੈਟਰ ਸੀ। ਜਦੋਂ ਮੈਨੇ ਪੈਸਾ ਨੇ ਦੇਣਾ ਤਾਂ ਉਹ ਮੇਰੇ ਲਈ ਉਹ ਕ੍ਰੈਡੀਟਰ ਹੋ ਗਿਆ, ਮੇਰੇ ਕ੍ਰੈਡੀਟਰ ਖੜੇ ਹੈ, ਮਤਲਬ ਕਿ ਮੈਨੇ ਪੈਸਾ ਦੇਣਾ ਹੈ, ਉਹ ਹੋਏਗਾ ਕ੍ਰੈਡੀਟਰ। ਕੈਪੀਟਲ ਐਕਸਪੈਂਡੀਚਰ ਹੋਵੇ ਜੋ ਮੈਨੇ ਲੌਂਗ ਟਰਮ ਐਕਸਪੈਂਡੀਚਰ ਕੀਤੇ, ਕੋਈ ਮਸ਼ੀਨਰੀ ਖਰੀਦ ਲਈ, ਕੋਈ ਲੌਂਗ ਟਰਮ ਇਨਵੈਸਟਮੈਂਟ ਕਰਤੀ, ਉਸਨੂੰ ਕਹਾਂਗੇ ਆਪਾਂ ਕੈਪੀਟਲ ਐਕਸਪੈਂਡੀਚਰ। ਠੀਕ ਹੈ ਫਰੈਂਡਸ, ਅੱਜ ਲਈ ਇੰਨਾ ਹੀ। ਅੱਜ ਆਪਾਂ ਸਿਰਫ ਇਕੱਲਾ ਓਵਰਵਿਊ ਦੇਖਿਆ ਅਤੇ ਅੱਗੇ ਆਪਾਂ ਇਸਦੇ ਰੂਲਸ ਦੇਖਾਂਗੇ, ਰੈਗੂਲੇਸ਼ਨ ਦੇਖਾਂਗੇ। ਅੱਜ ਆਪਣੀ ਇੰਟਰੋਡਕਸ਼ਨ ਸੀ, ਇਸ ਵਿੱਚ ਆਪਾਂ ਸਾਰੇ ਟਰਮਸ ਪੜ੍ਹੇ ਆਪਾਂ ਨੇ ਅੱਜ। ਤਾਂ ਜੇ ਤੁਹਾਨੂੰ ਇਹ ਲੈਕਚਰ ਅੱਛਾ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਆਉਣ ਵਾਲੇ ਲੈਕਚਰਸ ਲਈ ਤਾਂ ਬੈਲ ਆਈਕਨ ਜ਼ਰੂਰ ਦਬਾਇਓ, ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ। ਓਕੇ ਫਰੈਂਡਸ, ਥੈਂਕ ਯੂ।